170 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। कुछ चीजां दी राखी करना बनदी आ, लोड़ भी हैगी चंगा एजेंट, वधिया सर्विस, द बेस्ट रेट्स, अप टू 80% डिस्काउंट्स ऑन कार इंश्योरेंस। गल की ऑटो, होम, लाइफ, ट्रकिंग फ्लीट्स एंड नॉन फ्लीट्स, डिसेबिलिटी, ग्रुप बेनिफिट्स, किदा दी भी कवरेज लवो। आर्मर चेते रखो, आर्मर इंश्योरेंस इज पार्टनर्स विद लीडिंग कैनेडियन इंश्योरेंस कंपनीज। 24/7 ऑनलाइन कोड्स 2-3 मिनटा में लवो। आर्मर इंश्योरेंस ब्रोकर्स 905452 5127 905 452 51। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ, ਸਾਰੇ ਹੀ ਦਰਸ਼ਕਾਂ ਨੂੰ, ਸਾਰੇ ਹੀ ਮੇਰੇ ਯਾਰ ਦੋਸਤ ਭੈਣ ਭਰਾ ਜੋ ਫੇਸਬੁੱਕ ਦੁਆਰਾ ਵੀ ਲਾਈਵ ਜੁੜੇ ਨੇ, ਉਹਨਾਂ ਦਾ ਬਹੁਤ ਬਹੁਤ ਜੀ ਆਇਆਂ। ਔਰ ਅੱਜ ਅਸੀਂ ਇੱਕ ਐਸੇ ਮੁੱਦੇ 'ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਸਿਰਫ ਪੰਜਾਬ ਦਾ ਨਹੀਂ, ਸਾਰੇ ਭਾਰਤ ਦੇ ਕਿਸਾਨਾਂ ਦਾ ਹੈ। ਔਰ ਸਭ ਤੋਂ ਜ਼ਿਆਦਾ ਇਸ ਇਸ਼ੂ ਦਾ ਜਿਹੜਾ ਕਿਸੇ 'ਤੇ ਅਸਰ ਹੋਇਆ ਉਹ ਪੰਜਾਬ 'ਤੇ ਹੈ, ਕਿਉਂਕਿ ਪੰਜਾਬ 'ਤੇ ਅਸਰ ਇਹ ਅੱਜ ਦਾ ਨਹੀਂ, 1947 'ਚ ਪੰਜਾਬ ਵੰਡਿਆ ਗਿਆ। ਸਭ ਤੋਂ ਜ਼ਿਆਦਾ ਅਸਰ ਪੰਜਾਬ ਨੂੰ ਹੋਇਆ, ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ। ਲਗਾਤਾਰ ਪੰਜਾਬ ਦੇ ਹਿੱਸੇ ਹੁੰਦੇ ਰਹੇ, ਪੰਜਾਬ ਦੇ ਉੱਤੇ ਕਾਫੀ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਇਨਜਸਟਿਸ ਜਿਹੜਾ ਹੋਇਆ ਆ, ਮਗਰ ਫਿਰ ਵੀ ਪੰਜਾਬੀ ਜਿਹੜੇ ਆ ਉਹ ਆਪਣੀ ਪੂਰੀ ਮਿਹਨਤ ਦੇ ਨਾਲ, ਪੂਰੀ ਜਜ਼ਬੇ ਦੇ ਨਾਲ ਦੇਸ਼ ਨੂੰ ਗ੍ਰੀਨ ਰੈਵੋਲੂਸ਼ਨ ਦਿੰਦੇ ਰਹੇ ਆ, ਪੇਟ ਪਾਲਦੇ ਰਹੇ ਆ। ਔਰ ਜੈ ਕਿਸਾਨ ਜੈ ਜਵਾਨ ਦਾ ਅਸਲੀ ਨਾਰਾ ਜਿਹੜਾ ਆ ਉਹ ਪੰਜਾਬੀਆਂ ਦੇ ਸਿਰ 'ਤੇ ਜਾਂਦਾ ਆ, ਔਰ ਉਹਦੇ ਵਿੱਚ ਉਹਨਾਂ ਦਾ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਰਹੀ ਹੈ। ਮਗਰ ਅੱਜ ਲੋੜ ਹੈ ਇਹ ਗੱਲ ਕਰਨ ਦੀ ਕਿ ਕੀ ਪੰਜਾਬ ਦੇ ਕਿਸਾਨ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ, ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਆਪਣੀਆਂ ਮੰਗਾਂ ਮੰਗ ਰਹੇ ਨੇ, ਔਰ ਕੀ ਉਹਨਾਂ ਦੇ ਨਾਲ ਕੀਤਾ ਗਿਆ ਸਲੂਕ, ਕੀ ਉਹਨਾਂ ਨੂੰ ਸਾਰੀਆਂ ਹੀ ਸਰਕਾਰਾਂ ਨੇ, ਚਾਹੇ ਉਹ ਕਾਂਗਰਸ ਹੋਏ, ਚਾਹੇ ਉਹ BJP ਹੋਏ, ਚਾਹੇ ਉਹ ਕੋਈ ਵੀ ਸਰਕਾਰ ਹੈ, ਕੀ ਉਹਨਾਂ ਨਾਲ ਸਹੀ ਕੋਈ ਵੀ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਜਸਟਿਸ ਕੀਤਾ? ਗੱਲ ਇਹਦੇ ਉੱਤੇ ਹੋਏਗੀ ਕਿ ਕੀ ਕਾਂਗਰਸ, ਪੰਜਾਬ ਗੌਰਮੈਂਟ ਵਾਕਿਆ ਹੀ ਕਿਸਾਨਾਂ ਦੇ ਹਿੱਤ 'ਚ ਸੀ? ਕੀ ਸ਼੍ਰੋਮਣੀ ਅਕਾਲੀ ਦਲ ਦੇ ਅਸਤੀਫੇ ਦੇਣਾ, ਇਹ ਸਾਰੀਆਂ ਚੀਜ਼ਾਂ ਇਹ ਡਰਾਮੇਬਾਜ਼ੀ ਹੈ? ਕਿ ਜਿੱਥੇ ਸੈਂਟਰ ਇਨਵਾਈਟ ਕਰਦੀ ਹੈ ਕਿਸਾਨਾਂ ਨੂੰ ਪ੍ਰੋਟੈਸਟ ਵਾਸਤੇ, ਦਿੱਲੀ ਬੁਲਾਇਆ ਜਾਂਦਾ ਹੈ, ਮਗਰ BJP ਦੀ ਸਰਕਾਰ ਹਰਿਆਣੇ ਦੇ ਵਿੱਚ ਉਹਨਾਂ ਦੇ ਉੱਤੇ ਵਾਟਰ ਕੈਨਨਸ, ਟੀਅਰ ਗੈਸ ਔਰ ਲਾਠੀਚਾਰਜ ਕਰਦੀ ਹੈ? ਕੀ ਇਹ ਸਾਰਾ ਕੁਛ ਡੈਮੋਕ੍ਰੈਟਿਕ ਹੈ? ਕੀ ਇੱਕ ਡੈਮੋਕ੍ਰੇਸੀ ਦੇ ਵਿੱਚ ਇੱਕ ਸ਼ਾਂਤਮਈ ਪ੍ਰੋਟੈਸਟ ਕਰਨਾ ਇੱਕ ਚੈਲੰਜ ਹੈ? ਕਿ ਪੂਰਾ ਮੀਡੀਆ ਮਿਲ ਕੇ ਕਿਸਾਨਾਂ ਨੂੰ ਇੱਕ ਪੀਸਫੁਲ ਪ੍ਰੋਟੈਸਟ ਨੂੰ ਅੱਤਵਾਦ, ISI, ਧਰਮ ਦੇ ਨਾਲ ਹੋਰ ਚੀਜ਼ਾਂ ਦੇ ਵਿੱਚ ਜੋੜ ਰਿਹਾ? ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇਸ ਗੱਲਬਾਤ ਦੇ ਉੱਤੇ ਤੁਸੀਂ ਸਾਨੂੰ 4166201778 ਤੇ ਆਪਣੇ ਵਿਚਾਰ ਵੀ ਦੇ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਸਟੂਡੀਓਜ਼ ਜਿਹੜੀਆਂ ਨੇ ਕਾਲ ਆ ਉਹ ਵੀ ਇਹ ਕੀਤੀਆਂ ਜਾਣ। ਮਗਰ ਇਸ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਇੱਕ ਐਸੇ ਨਗਮੇ ਦੇ ਨਾਲ ਜੋ ਸਾਡਾ ਸਾਰਿਆਂ ਹੀ ਪੰਜਾਬੀਆਂ ਦਾ ਆਪਣੇ ਇਮੋਸ਼ਨ ਜਿਹੜੇ ਆ, ਸਾਡੇ ਨਾਲ ਜੋ ਹੋਇਆ ਉਹਨੂੰ ਦਰਸਾਉਂਦਾ ਹੈ। ਸ਼ੁਰੂ ਕਰਦੇ ਹਾਂ ਇਹ ਪ੍ਰੋਗਰਾਮ ਇੱਕ ਐਸੇ ਗੀਤ ਦੇ ਨਾਲ ਜਿਹੜਾ ਕਿ ਸ਼ਾਇਦ ਸਾਰੇ ਹੀ ਪੰਜਾਬੀਆਂ ਵੱਲੋਂ ਆਪਣੇ ਇਮੋਸ਼ਨ ਨੂੰ ਦਰਸਾਉਂਦਾ ਹੈ। ਲਾਹੌਰ ਨਾਲੋਂ
ਰੇਡੀਓ ਜ਼ਿੰਦਾਬਾਦ ਤੇ ਦੁਬਾਰਾ ਜੁੜਦੇ ਹਾਂ, ਤੁਹਾਡੇ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਕਿਸਾਨ ਦੇ ਇਮੋਸ਼ਨ ਦੀ, ਪੰਜਾਬ ਦੇ ਕਿਸਾਨਾਂ ਦਾ ਔਰ ਸਾਰੇ ਦੇਸ਼ ਦੇ ਇੰਡੀਆ ਦੇ ਕਿਸਾਨਾਂ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਹਿਸਟਰੀ ਦਾ ਐਡਾ ਵੱਡਾ ਜਿਹੜਾ ਮਿਲੀਅਨਸ ਦੇ ਵਿੱਚ ਕਿਸਾਨ ਜਿਹੜੇ ਆ ਉਹ ਦਿੱਲੀ ਪਹੁੰਚੇ ਨੇ, ਇੱਕ ਸਭ ਤੋਂ ਪੀਸਫੁਲ ਪ੍ਰੋਟੈਸਟ, ਠੀਕ ਹੈ, ਉਹ ਜਿਹੜਾ ਆ ਹਿਸਟਰੀ ਦੇ ਵਿੱਚ ਇਹ ਹੋ ਰਿਹਾ ਹੈ ਔਰ ਇਹਨੇ ਇਹ ਚੀਜ਼ ਦਾ ਸਬੂਤ ਦੇਤਾ ਹੈ ਕਿ ਜਿੱਥੇ ਪੰਜਾਬੀ ਆਪਣੀ ਆਨ ਮਾਨ ਤੇ ਸ਼ਾਨ ਲਈ ਆਪਣੀ ਜਾਨ ਵੀ ਕੁਰਬਾਨ ਕਰਦੇ ਨੇ, ਉੱਥੇ ਹੀ ਇੱਕ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਪੀਸਫੁਲ ਤਰੀਕੇ ਦੇ ਨਾਲ 32 ਯੂਨੀਅਨਸ ਜਿਹੜੀਆਂ ਨੇ ਇਕੱਠੀਆਂ ਹੋ ਕੇ ਵੀ ਇੱਕ ਸਟੇਜ ਦੇ ਉੱਤੇ ਆ ਸਕਦੀਆਂ ਨੇ। ਇਹ ਸ਼ਾਇਦ ਇੰਡੀਆ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਵੀ ਨਹੀਂ ਕਰ ਸਕਦੀਆਂ। ਮਗਰ ਕੀ ਅੱਜ ਉਹ ਸਾਰੀਆਂ ਚੀਜ਼ਾਂ ਸ਼ਾਂਤਮਈ ਤਰੀਕੇ ਨਾਲ ਕਰਨ ਵਾਲੀਆਂ ਇੱਕ ਨੈਗੇਟਿਵ ਮੀਡੀਆ ਕਰਕੇ ਉਹਨਾਂ ਨੂੰ ਕਦੀ ਧਰਮ ਦਾ, ਕਦੀ ਅੱਤਵਾਦ ਦਾ, ਕਦੀ ਖਾਲਿਸਤਾਨ ਦਾ, ਇਹ ਜੋ ਚੀਜ਼ਾਂ ਨਾਲ ਹੋ ਰਹੀਆਂ ਨੇ, ਕੀ ਇਹ ਸਹੀ ਨੇ? ਇਸ ਕਰਕੇ ਕੋਈ ਮਾਧਿਅਮ ਨਹੀਂ ਰਹਿ ਗਿਆ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਇਸ ਵੇਲੇ ਮੀਡੀਆ ਜਿਹੜਾ ਆ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਇੱਕ ਸ਼ਾਂਤਮਈ ਅੰਦੋਲਨ ਜਿਹੜਾ ਆ ਉਹਨੂੰ ਬਹੁਤ ਸਾਰੇ ਰੰਗ ਦੇ ਦਿੱਤੇ ਜਾਣ, ਕਿਉਂਕਿ ਇਹ ਉੱਥੇ ਦੀ ਆਦਤ ਹੈ। ਚਾਹੇ ਉਹ ਸ਼ਾਹੀਨ ਬਾਗ ਹੋਏ, ਚਾਹੇ ਉਹ JNU ਦਾ ਇਸ਼ੂ ਹੋਏ, ਉਹਦੀ ਰੰਗਤ ਜਿਹੜੀ ਆ ਉਹ ਡਰੱਗਸ ਨਾਲ, ਹੋਰ ਜਿੰਨੀਆਂ ਵੀ ਨੈਗੇਟਿਵ ਚੀਜ਼ਾਂ ਨੇ ਉਹਦੇ ਨਾਲ ਦੇ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਪ੍ਰੋਟੈਸਟ ਕਰਨਾ, ਇੱਕ ਪੀਸਫੁਲ ਪ੍ਰੋਟੈਸਟ ਕਰਨਾ ਜਿਹੜਾ ਆ ਉਹਦੇ ਉੱਤੇ ਹੀ ਅੱਜ ਦੇ ਦਿਨ 'ਚ ਡੈਮੋਕ੍ਰੇਸੀ ਵਿੱਚ ਜਿਹੜਾ ਆ ਉਹ ਇੱਕ ਚੈਲੰਜ ਬਣ ਚੁੱਕਿਆ ਹੈ। ਕੀ ਇਹ ਆਉਣ ਵਾਲੇ ਸਮੇਂ ਲਈ ਸਾਡੇ ਲਈ ਚੰਗਾ ਹੋਏਗਾ? ਕੀ ਇਹ ਆਉਣ ਵਾਲੇ ਸਮੇਂ ਲਈ ਚੰਗਾ ਹੋਏਗਾ ਕਿ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਇੱਕ ਪੀਸਫੁਲ ਪ੍ਰੋਟੈਸਟ ਕਰਨਾ ਵੀ ਇੱਕ ਬਹੁਤ ਵੱਡਾ ਪਰਸਨਲ ਇਸ਼ੂ, ਟਾਪ ਡਾਊਨ ਪ੍ਰੈਸ਼ਰ ਪਾ ਕੇ ਇਹਨੂੰ ਦਬਾਉਣਾ, ਕੀ ਇਹ ਸਹੀ ਹੋਏਗਾ? ਦੋਸਤੋ, ਗੱਲ ਕਰਾਂਗੇ ਸਾਰੇ ਉਹਨਾਂ ਸੁਣਨ ਵਾਲਿਆਂ ਵਾਸਤੇ ਕਿ ਇਹ ਪੰਜਾਬ ਦਾ ਕਿਸਾਨਾਂ ਦਾ ਇਸ਼ੂ ਕੀ ਹੈ। ਕੀ ਵਾਕਿਆ ਹੀ ਕੈਪਟਨ ਅਮਰਿੰਦਰ ਸਿੰਘ ਇਸ ਬਿੱਲ ਦੇ ਅਗੇਂਸਟ ਸੀ? ਕੀ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਇਸ ਬਿੱਲ ਦੇ ਅਗੇਂਸਟ ਸੀ? ਦੋਸਤੋ, ਜਿੰਨੀ ਮੇਰੀ ਸਮਝ ਹੈ ਉਸ ਮੁਤਾਬਕ ਸੈਂਟਰ ਗਵਰਨਮੈਂਟ ਨੇ ਬੇਸ਼ੱਕ ਕਿਸਾਨ ਯੂਨੀਅਨ ਨੂੰ ਕਿਸਾਨਾਂ ਦੇ ਨਾਲ ਬਿੱਲ ਲਿਆਉਣ ਤੋਂ ਪਹਿਲਾਂ ਗੱਲਬਾਤ ਨਹੀਂ ਕੀਤੀ, ਗਰਾਊਂਡ ਉੱਤੇ ਜੋ ਲੋਕਾਂ ਨੂੰ ਅਸਰ ਹੋਣਾ ਉਹਨਾਂ ਨਾਲ ਗੱਲ ਨਹੀਂ ਕੀਤੀ, ਮਗਰ ਇਹ ਕਹਿਣਾ ਝੂਠ ਹੋਏਗਾ ਕਿ ਸੈਂਟਰ ਗਵਰਨਮੈਂਟ ਨੇ, ਜਿੰਨੀਆਂ ਵੀ ਸਰਕਾਰਾਂ ਨੇ, ਚਾਹੇ ਉਹ ਪੰਜਾਬ ਗਵਰਨਮੈਂਟ ਹੈ, ਚਾਹੇ ਉਹ ਮਹਾਰਾਸ਼ਟਰ ਗਵਰਨਮੈਂਟ ਆ, ਹਰ ਗਵਰਨਮੈਂਟ ਦੇ ਨਾਲ ਸਲਾਹ ਕਰਕੇ ਉਹਨਾਂ ਨਾਲ ਡਿਸਕਸ਼ਨ ਕਰਕੇ ਉਹਨਾਂ ਨੂੰ ਜ਼ਰੂਰ ਮੌਕਾ ਦਿੱਤਾ। ਜਿੱਥੇ ਕਿ ਮਨਪ੍ਰੀਤ ਬਾਦਲ ਨੁਮਾਇੰਦੇ ਸੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਭੇਜਿਆ ਮਈ ਦੇ ਵਿੱਚ ਮੁੰਬਈ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਇਹ ਮੀਟਿੰਗ ਹੋਈ ਹੈ, ਜਿੱਥੇ ਕਿ ਉਸ ਟਾਈਮ ਈਵਨ ਮਨਪ੍ਰੀਤ ਬਾਦਲ ਨੇ ਵੀ ਇਹ ਕਿਹਾ ਕਿ ਬਿੱਲ ਸਹੀ ਹੈ, ਬਿੱਲ ਚੰਗਾ ਹੈ। ਹਰਸਿਮਰਤ ਕੌਰ ਬਾਦਲ ਜੀ ਨੇ ਸੈਂਟਰ ਦੇ ਵਿੱਚ ਮਿਨਿਸਟਰ ਹੁੰਦਿਆਂ ਵੀ ਇਹੀ ਚੀਜ਼ ਕਹੀ ਹੈ ਕਿ ਇਹ ਬਿੱਲ ਜਿਹੜਾ ਆ ਸਹੀ ਹੈ। ਮਗਰ ਇਸ਼ੂ ਕਿੱਥੇ ਹੈ? ਇਸ਼ੂ ਉਦੋਂ ਹੋਇਆ ਜਦੋਂ ਕਿ ਪੰਜਾਬ ਦਾ ਕਿਸਾਨ ਜਿਹੜਾ ਇੱਕ ਕਾਰਨ ਕਰਕੇ ਨਹੀਂ, ਚਾਹੇ ਉਹ ਪਰਾਲੀਆਂ ਦਾ ਇਸ਼ੂ ਹੈ, ਚਾਹੇ ਉਹ ਕੋਵਿਡ ਕਰਕੇ ਉਹਦੇ ਉੱਤੇ ਪ੍ਰੈਸ਼ਰ ਮਹਿਸੂਸ ਹੋ ਰਿਹਾ ਸੀਗਾ, ਚਾਹੇ ਕਿ ਉਹਨਾਂ ਨੂੰ ਜੌਬ ਨਹੀਂ ਮਿਲ ਰਹੀਆਂ, ਚਾਹੇ ਪੰਜਾਬ ਦੇ ਨਸ਼ਿਆਂ ਦਾ ਇਸ਼ੂ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬੀ ਕੁਛ ਹੱਦ ਤੱਕ ਨੱਪਿਆ ਜਾ ਸਕਦਾ ਹੈ, ਮਗਰ ਕਿਤੇ ਨਾ ਕਿਤੇ ਦੁਨੀਆ ਦੇ ਵਿੱਚ, ਇੰਡੀਆ ਦੇ ਇਤਿਹਾਸ ਵਿੱਚ ਰੈਵੋਲੂਸ਼ਨ ਜਿੱਥੇ ਆਈ ਆ ਉੱਥੇ ਪੰਜਾਬੀ ਆਇਆ, ਔਰ ਇਹੋ ਹੀ ਚੀਜ਼ ਹੁਣ ਹੋਈ ਹੈ। ਇਹ ਕਿਸੇ ਪਾਰਟੀ ਦੇ ਸਪਾਂਸਰਡ ਨਹੀਂ ਹੈ, ਇਹ ਕਿਸਾਨਾਂ ਦਾ ਇੱਕ ਆਰਗੈਨਿਕ, ਬਿਲਕੁਲ ਆਪ ਦਾ ਜਿਹੜਾ ਇੱਕ ਉਹ ਅੰਦੋਲਨ ਹੈ ਜਿਹੜਾ ਪਹਿਲੀ ਵਾਰ ਜਿੰਨੇ ਇਤਿਹਾਸ ਵਿੱਚ, ਇੰਡੀਆ ਦੇ 72-74 ਸਾਲ ਦੇ ਇਤਿਹਾਸ ਵਿੱਚ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ ਹਿਲਾ ਕੇ ਰੱਖਤਾ, ਕਿਉਂਕਿ ਉਹਨਾਂ ਨੇ ਕਦੀ ਇਹ ਉਮੀਦ ਨਹੀਂ ਕੀਤੀ ਸੀ ਕਿ ਪੰਜਾਬ ਦਾ ਕਿਸਾਨ ਇੱਕਦਮ ਇਕੱਠਾ ਹੋ ਕੇ ਇੱਕ ਐਸਾ ਸ਼ਾਂਤਮਈ ਆਰਗੇਨਾਈਜ਼ਡ ਜਿਹੜਾ ਉਹ ਪ੍ਰੋਟੈਸਟ ਜਿਹੜਾ ਆ ਉਹ ਕਰ ਲੇਗਾ, ਜਿਹਨੂੰ ਕਿ ਬਹੁਤ ਸਾਰੇ ਸਤੰਬਰ ਤੋਂ ਲੈ ਕੇ 55-56 ਦਿਨਾਂ ਦੇ ਵਿੱਚ ਬਹੁਤ ਤਰੀਕੇ ਦੇ ਨਾਲ ਨੱਪਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਦੋਂ ਕਾਂਗਰਸ, ਪੰਜਾਬ ਗਵਰਨਮੈਂਟ ਨੂੰ ਇਹ ਪਤਾ ਲੱਗਾ ਔਰ ਅਕਾਲੀ ਦਲ ਨੂੰ ਇਹ ਪਤਾ ਲੱਗਾ ਕਿ ਪੰਜਾਬ ਦਾ ਕਿਸਾਨ ਜਿਹੜਾ ਆ ਉਹਦੀ ਹੁਣ ਐਸੀ ਦੁੱਖ ਦੀ ਨਬਜ਼ ਜਿਹੜੀ ਆ ਉੱਤੇ
ਪ੍ਰੈਸ਼ਰ ਪਿਆ ਆ, ਉਹਦੇ ਉੱਤੇ ਭਾਰ ਪਿਆ ਆ, ਉਹਦੀ ਬਾਂਹ ਜ਼ਰੂਰਤ ਤੋਂ ਜ਼ਿਆਦਾ ਮਰੋੜੀ ਗਈ ਹੈ, ਉਦੋਂ ਹੀ ਚਾਹੇ ਉਹ ਰਾਹੁਲ ਗਾਂਧੀ ਜੀ ਆ ਕੇ ਉੱਥੇ ਟਰਾਲੀਆਂ ਦਾ ਮਾਰਚ ਕਰਦੇ ਨੇ, ਚਾਹੇ ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫੇ ਦੇ ਦਿੱਤੇ ਨੇ, ਚਾਹੇ ਸੁਖਬੀਰ ਬਾਦਲ ਨੇ 5 ਧਾਮਾਂ ਤੋਂ ਜਿਹੜੇ ਸਾਡੇ ਤਖਤ ਨੇ ਉੱਥੋਂ ਜੀ ਟਰਾਲੀਆਂ ਸ਼ੁਰੂ ਕਰਤੀਆਂ। ਇਹ ਸਾਰਾ ਡਰਾਮਾ ਉਦੋਂ ਹੋਇਆ ਹੈ ਜਦੋਂ ਕਿ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਸਾਡੇ ਇਸ ਬਿੱਲ ਦੀ ਸਪੋਰਟ ਜਿਹੜੀ ਕੀਤੀ ਗਈ ਸੀ ਉਹ ਸਾਡੇ ਅਗੇਂਸਟ ਜਿਹੜੀ ਆ ਉਹ ਚਲੀ ਗਈ ਹੈ। ਔਰ ਪੰਜਾਬ ਦਾ ਕਿਸਾਨ ਅੱਜ ਇੱਕ ਆਪਣੇ ਲੈਵਲ ਦੇ ਉੱਤੇ ਬਿਨਾਂ ਕਿਸੇ ਪੋਲੀਟੀਕਲ ਪਾਰਟੀ ਦੇ, ਬਿਨਾਂ ਕਿਸੇ ਪੋਲੀਟੀਕਲ ਏਜੰਡੇ ਦੇ ਆਪਣੀ ਇੱਜ਼ਤ ਲਈ, ਆਪਣੀ ਮਾਂ, ਆਪਣੀ ਜ਼ਮੀਨ ਲਈ ਖੜਾ ਹੋ ਗਿਆ। ਇਹ ਸ਼ਾਇਦ ਸਾਡਾ ਇਤਿਹਾਸ ਦੱਸਦਾ ਹੈ ਕਿ ਜੱਟ ਆਪਣੀ ਆੜ ਪਿੱਛੇ, ਆਪਣੀ ਬੰਨੇ ਪਿੱਛੇ ਜਿਹੜੀ ਆ ਉਹ ਕਤਲ ਕਰ ਦਿੰਦਾ। ਅੱਜ ਉਹੋ ਹੀ ਚੈਲੰਜ ਇੱਕ ਪੰਜਾਬ ਦੇ ਕਿਸਾਨ ਦਾ ਉਹ ਸੈਂਟੀਮੈਂਟ ਜਿਹੜਾ ਆ ਉਹ ਸਮਝਿਆ ਨਹੀਂ ਗਿਆ। ਔਰ ਇੱਥੇ ਹੀ ਗਲਤੀ ਹੋਈ ਹੈ ਗੌਰਮੈਂਟਾਂ ਤੋਂ, ਚਾਹੇ ਉਹ ਪੰਜਾਬ ਗੌਰਮੈਂਟ ਹੈ, ਚਾਹੇ ਉਹ ਅਕਾਲੀ ਦਲ ਆ, ਔਰ ਚਾਹੇ ਉਹ ਸੈਂਟਰ ਗੌਰਮੈਂਟ ਆ। ਦੋਸਤੋ, ਇੱਕ ਪਹਿਲੀ ਵਾਰ ਇੱਕ ਪੀਸਫੁਲ ਪ੍ਰੋਟੈਸਟ ਇੰਨੇ ਦਿਨ ਚਲਾਉਣਾ, ਔਰ ਅੱਜ ਮਿਲੀਅਨ ਦੇ ਵਿੱਚ ਕਿਸਾਨ ਜਿਹੜੇ ਆ ਸਾਰੇ ਹੀ ਭਾਰਤ ਤੋਂ, ਇਹ ਵੀ ਕਹਿਣਾ ਅੱਜ ਇਸ ਚੀਜ਼ ਨੂੰ ਪੰਜਾਬ ਦੇ ਨਾਲ ਜੋੜਨਾ, ਸਿੱਖਾਂ ਦੇ ਨਾਲ ਜੋੜਨਾ ਬਹੁਤ ਗਲਤ ਹੈ। ਔਰ ਇਹੀ ਇੰਡੀਆ ਦਾ ਮੀਡੀਆ ਜਿਹੜਾ ਆ ਬਹੁਤਾ ਉਹ ਕਰ ਰਿਹਾ, ਕਿਉਂਕਿ ਇਹ ਸ਼ਾਇਦ ਪਿਛਲੇ ਕੁਝ ਸਾਲਾਂ ਤੋਂ ਇਹ ਰਿਵਾਜ ਬਣ ਚੁੱਕਿਆ ਹੈ। ਜਿਵੇਂ ਅਸੀਂ ਗੱਲ ਕੀਤੀ ਹੈ, ਚਾਹੇ ਸ਼ਹੀਨ ਬਾਗ ਹੋਏ, ਚਾਹੇ ਉਹ JNU ਦਾ ਇਸ਼ੂ ਹੋਏ, ਹਰ ਪ੍ਰੋਟੈਸਟ ਨੂੰ ਕੁਝ ਲੋਕ ਆਪਣੇ ਪਰਸਨਲ ਲੈ ਕੇ ਹਰ ਪ੍ਰੋਟੈਸਟ ਨੂੰ ਮੀਡੀਆ ਜਿਹੜਾ ਕਲੈਕਟਿਵਲੀ ਜਿਹੜਾ ਆ ਉਹ ਡੀਰੇਲ ਕਰਦਾ, ਨੈਗੇਟਿਵ ਤਰੀਕੇ ਨਾਲ ਉਹਨੂੰ ਕਨਵੇ ਕਰਦਾ। ਔਰ ਉਹ ਚੀਜ਼ ਜਿਹੜੀ ਅੱਜ ਤੋਂ 2012 ਦੇ ਵਿੱਚ, ਚਾਹੇ ਉਹ ਅੰਨਾ ਸਮਾਗ ਸੀਗਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਪ੍ਰੋਟੈਸਟ ਸੀਗਾ, ਉਹ ਪ੍ਰੋਟੈਸਟ ਹੁੰਦਾ ਰਿਹਾ। ਉਸ ਟਾਈਮ ਮੀਡੀਆ, ਇਹੀ ਮੀਡੀਆ ਇਹ ਗੱਲ ਕਰਦਾ ਸੀ ਕਿ ਪ੍ਰੋਟੈਸਟਰ ਜਿਹੜੇ ਆ ਉਹ ਡੈਮੋਕ੍ਰੈਟਿਕ ਨੇ, ਪ੍ਰੋਟੈਸਟ ਕਰਨਾ ਇੱਕ ਡੈਮੋਕ੍ਰੇਸੀ ਦਾ ਬੈਕਬੋਨ ਹੈ। ਜਿਸ ਥਾਂ ਦੇ ਉੱਤੇ, ਜਿਸ ਦੇਸ਼ ਵਿੱਚ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਵੀ ਆਪਣੇ ਪ੍ਰੋਟੈਸਟ ਨਹੀਂ ਕਰ ਸਕਦੇ, ਸ਼ਾਂਤਮਈ ਤਰੀਕੇ ਨਾਲ ਆਪਣੇ ਦੇ ਉੱਤੇ ਹੁੰਦੀਆਂ ਚੀਜ਼ਾਂ ਜਿਹੜੀਆਂ ਉਹਨੂੰ ਦੱਸ ਨਹੀਂ ਸਕਦੇ, ਉੱਥੇ ਸਵਾਲ ਸਿਰਫ ਕਿਸਾਨਾਂ ਦੇ ਉੱਤੇ ਨਹੀਂ, ਸਵਾਲ ਡੈਮੋਕ੍ਰੇਸੀ 'ਤੇ ਖੜਾ ਹੋ ਜਾਂਦਾ। ਔਰ ਅੱਜ ਇਹੀ ਚੀਜ਼ ਜਿਹੜੀ ਹੈ ਉਹਨੂੰ ਪਰਸਨਲਾਈਜ਼ ਕੀਤਾ ਜਾ ਰਿਹਾ, ਉਹਨੂੰ ਹਮੇਸ਼ਾ ਹੀ ਇਵੇਂ ਹੀ ਰੰਗ ਦਿੱਤਾ ਜਾ ਰਿਹਾ। ਬਰਖਾ ਦੱਤ ਵਰਗੀਆਂ ਬੇਵਕੂਫ ਮੀਡੀਆ ਦੇ ਇੰਨੇ ਐਕਸਪਰਟ ਉਹ ਕੀ ਗੱਲ ਕਰ ਰਹੇ ਨੇ, ਜਾ ਕੇ ਸਵਾਲ ਪੁੱਛਦੇ ਨੇ ਦੀਪ ਸਿੱਧੂ ਨੂੰ ਕਿ ਤੁਹਾਡਾ ਭਿੰਡਰਾਂ ਵਾਲੇ ਉੱਤੇ ਕੀ ਸਵਾਲ ਹੈ, ਤੁਹਾਡਾ ਜੀ ਖਾਲਿਸਤਾਨ ਉੱਤੇ ਵੀ ਕੀ ਵਿਚਾਰ ਹੈ। ਦੋਸਤੋ, ਇਹ ਸਾਫ਼ ਨਜ਼ਰ ਆ ਰਿਹਾ ਕਿ ਮੀਡੀਆ ਦਾ ਸਿਰਫ ਇੱਕ ਹੀ ਕੰਸਰਨ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਵਾਇਲੈਂਸ ਦਾ ਰੰਗ ਦਿੱਤਾ ਜਾਏ, ਇਹਨੂੰ ਐਸਾ ਰੰਗ ਦਿੱਤਾ ਜਾਏ ਜਿਹਦੇ ਨਾਲ ਇਹ ਕਿਸਾਨਾਂ ਦਾ ਮੁੱਦਾ ਨਾ ਬਣਦਿਆਂ ਹੋਇਆ ਇੱਕ ਰਿਲੀਜੀਅਸ ਮੁੱਦਾ ਬਣ ਜੇ। ਔਰ ਮੀਡੀਆ ਜਿਹੜਾ ਆ ਉਹਨੂੰ ਇੰਨਾ ਸਾਡੇ ਦਿਮਾਗਾਂ ਉੱਤੇ ਅਸਰ ਕਰਦੇ ਕਿ ਜਿਵੇਂ ਪਿਛਲੇ ਸਾਰੇ ਪ੍ਰੋਟੈਸਟ ਜਿਹੜੇ ਆ ਉਹ ਡੀਰਲ ਹੁੰਦੇ ਰਹੇ ਨੇ, ਉਹਨਾਂ ਨੂੰ ISI ਦਾ ਨਾਂ ਦਿੱਤਾ ਗਿਆ, ਉਹਨੂੰ ਖਾਲਿਸਤਾਨ ਦਾ ਨਾਂ ਦਿੱਤਾ ਗਿਆ। ਇਹ ਇੱਕ ਬੜੀ ਸ਼ਰਮਨਾਕ ਚੀਜ਼ ਹੈ। ਇਹ ਬਹੁਤ ਹੀ ਘਨੀਣੀ, ਬਹੁਤ ਹੀ ਗਿਰੀ ਹੋਈ ਜਿਹੜੀ ਆ ਇੱਕ ਮੀਡੀਆ ਦੀ ਉੱਥੇ ਹਰਕਤ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਯੂਨੀਅਨ ਵਿੱਚੋਂ ਇੱਕ ਬੰਦੇ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਦੀਪ ਸਿੱਧੂ ਹੈ। ਉਹਦੇ ਬਿਆਨ ਜਿਹੜੇ ਆ ਉਹਨੂੰ ਯੂਜ਼ ਕਰਕੇ ਜਿਹੜਾ ਆ ਆਪਣੇ ਐਡਵਾਂਟੇਜ ਵਾਸਤੇ ਮੀਡੀਆ ਜਿਹੜਾ ਆ ਉਹ ਸਰਕਾਰ ਦੇ ਹਿਸਾਬ ਨਾਲ ਕਰ ਰਿਹਾ। ਦਿੱਲੀ ਦੀ ਸਰਕਾਰ ਸੱਦਾ ਦਿੰਦੀ ਹੈ ਕਿ ਤੁਸੀਂ ਆ ਕੇ ਪ੍ਰੋਟੈਸਟ ਕਰ ਸਕਦੇ ਹੋ, ਔਰ ਹਰਿਆਣੇ ਦੀ ਸਰਕਾਰ ਜਿਹਦੇ 'ਚ ਸੇਮ ਗੌਰਮੈਂਟ ਹੈ ਉਹ ਉਹਨਾਂ 'ਤੇ ਲਾਠੀਚਾਰਜ ਕਰਦੀ ਆ, ਉਹਨਾਂ 'ਤੇ ਵਾਟਰ ਕੈਨਨ ਚਲਾਉਂਦੀ ਆ। ਔਰ ਦੋਸ਼ ਕਿਤੇ ਲੱਗਦਾ ਕਿ ਕਿਸਾਨ ਜਿਹੜੇ ਆ ਉਹ ਜਿਹੜੇ ਆ ਵਾਇਲੈਂਟ ਨੇ। ਮੈਂ ਇੱਥੇ ਸਾਰਿਆਂ ਨੂੰ ਚੈਲੰਜ ਕਰ ਰਿਹਾ ਕਿ ਇੱਕ ਵੀ ਉਦਾਹਰਨ ਦਿਓ ਪੰਜਾਬ ਦੇ ਵਿੱਚ ਇੰਨੇ ਦਿਨ ਉਹਨਾਂ ਨੇ ਪ੍ਰੋਟੈਸਟ ਕੀਤਾ ਜਿੱਥੇ ਕਿ ਈਵਨ ਇੱਕ ਬਿਜਲੀ ਦਾ ਬਲਬ ਵੀ ਜਿਹੜਾ ਆ ਕਿਸਾਨਾਂ ਨੇ ਭੰਨਿਆ ਹੋਏ, ਇੱਕ ਸਟਰੀਟ ਲਾਈਟ ਨੂੰ ਵੀ ਨੁਕਸਾਨ ਪਹੁੰਚਾਇਆ ਹੋਏ, ਕਿਸੇ ਦੁਕਾਨ ਨੂੰ ਵੀ ਨੁਕਸਾਨ ਪਹੁੰਚਾਇਆ ਹੋਏ। ਔਰ ਕੋਈ ਐਸਾ ਐਵੀਡੈਂਸ ਨਹੀਂ ਹੈ ਕਿ ਜਿੱਥੇ ਕੋਈ ਪੁਲਿਸ ਵਾਲਾ ਜਿਹੜਾ ਆ ਪੂਰੇ ਪ੍ਰੋਟੈਸਟ ਦੇ ਦੌਰਾਨ, ਪੂਰੇ ਮਾਰਚ ਦੇ ਦੌਰਾਨ ਦਿੱਲੀ ਤੱਕ ਜਿਹੜਾ ਆ ਉਹ ਫੱਟੜ ਹੋਇਆ ਹੋਏ, ਉਹਨੂੰ ਇੰਜਰੀ ਹੋਈ ਹੋਏ। ਹਾਂ, ਇਹ ਐਵੀਡੈਂਸ ਔਨ ਗਰਾਊਂਡ ਜ਼ਰੂਰ ਹੈ ਕਿ ਕਿਸਾਨ ਜਿਹੜੇ ਆ ਉਹ ਜ਼ਰੂਰ ਇੰਜਰਡ ਹੋਏ ਨੇ। ਦੋਸਤੋ, ਵਾਇਲੈਂਸ ਗੌਰਮੈਂਟ ਕਰ ਰਹੀ ਹੈ, ਵਾਇਲੈਂਸ ਕਿਸਾਨ ਨਹੀਂ ਕਰ ਰਿਹਾ। ਕਿਸਾਨ
ਟੋਟਲੀ ਸ਼ਾਂਤਮਈ ਤਰੀਕੇ ਦੇ ਨਾਲ ਸਿਰਫ ਇੱਕ ਹੀ ਮੰਗ ਕਰ ਰਿਹਾ ਕਿ ਸਾਨੂੰ ਸਾਡੀ ਫਸਲ ਦਾ MSP ਰਾਈਟਿੰਗ 'ਚ ਦਿਓ। ਦੋਸਤੋ, ਗੱਲਾਂ ਵਾਲੇ ਜ਼ਮਾਨੇ ਖਤਮ ਹੋ ਗਏ ਹੈ। ਅੱਜ ਜ਼ਮਾਨਾ ਹੈ ਕਾਨੂੰਨ ਦਾ। ਜੇ ਕਾਨੂੰਨ ਦੇ ਵਿੱਚ ਰਾਈਟਿੰਗ ਦੇ ਵਿੱਚ ਇਹ ਨਹੀਂ ਲਿਖਿਆ ਕਿ MSP ਗਰੰਟੀਡ ਹੈ ਤੇ ਇਹਦਾ ਮਤਲਬ ਹੈ ਕਿ ਕੋਈ ਵੀ ਚੀਜ਼ ਗਰੰਟੀ ਨਹੀਂ ਹੈ। ਇੱਥੇ ਹੀ ਕੁਐਸਚਨ ਬਹੁਤ ਵੱਡੇ ਸਾਰੇ ਪੁੱਛਣ ਲੱਗ ਪੈਂਦੇ ਨੇ ਕਿ ਪੰਜਾਬ ਦਾ ਕਿਸਾਨ ਜਿਹੜਾ, ਪੰਜਾਬ ਨੂੰ ਜ਼ਿਆਦਾ ਇੱਥੇ ਐਜੀਟੇਸ਼ਨ ਹੋ ਰਹੀ ਹੈ। ਦੋਸਤੋ, ਮੈਂ ਸਿਰਫ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਸ਼ਾਇਦ ਖੇਤੀਬਾੜੀ ਦੀ ਉਨੀ ਅੰਡਰਸਟੈਂਡਿੰਗ ਨਹੀਂ ਹੈ, ਉਹੀ ਇਹ ਸਵਾਲ ਕਰਦੇ ਨੇ। JNK ਦੇ ਵਿੱਚ ਸੇਬ, ਬਦਾਮ, ਉਹਨਾਂ ਦੀ ਖੇਤੀ ਹੁੰਦੀ ਆ, ਉਹਨੂੰ MSP ਨਹੀਂ ਚਾਹੀਦੀ। ਉਹਨਾਂ ਦੀ ਚੀਜ਼ ਜਿਹੜੀ ਆ ਉਹਦੀ ਡਿਫਰੈਂਟ ਜਿਹੜੀ ਆ ਤਰੀਕਾ ਆ ਵੇਚਣ ਦਾ। ਇਹ ਉੱਥੇ ਹਰ ਸਟੇਟ ਨੂੰ ਪ੍ਰੋਬਲਮ ਹੈ ਜਿੱਥੇ ਕਿ ਗ੍ਰੇਨ ਹੁੰਦਾ। ਕਰਨਾਟਕਾ ਦੇ ਕਿਸਾਨ ਨੂੰ ਵੀ ਪ੍ਰੋਬਲਮ ਹੋ ਰਹੀ ਹੈ, ਵੈਸਟਰਨ UP ਦੇ ਕਿਸਾਨ ਨੂੰ ਵੀ ਪ੍ਰੋਬਲਮ ਹੋ ਰਹੀ ਹੈ, 40-50 ਹਜ਼ਾਰ ਹਰਿਆਣੇ ਦਾ ਕਿਸਾਨ ਜਿਹੜਾ ਉੱਥੇ ਪਹੁੰਚਿਆ ਉਹਨੂੰ ਵੀ ਤਕਲੀਫ ਹੋ ਰਹੀ ਹੈ। ਜਿੰਨੇ ਵੀ ਅਨਾਜ ਉਗਾਉਣਾ ਹੈ ਉਹਨੂੰ MSP ਚਾਹੀਦੀ ਹੈ, ਉਹਨੂੰ MSP ਦੀ ਤਕਲੀਫ ਹੋਏਗੀ। ਔਰ ਇਸੇ ਚੀਜ਼ ਨੂੰ ਮੀਡੀਆ ਜਿਹੜਾ ਆ ਉਹ ਐਜੂਕੇਟ ਨਹੀਂ ਕਰ ਰਿਹਾ ਲੋਕਾਂ ਨੂੰ, ਔਰ ਉਹਨਾਂ ਨੂੰ ਇਵੇਂ ਪ੍ਰੈਜ਼ੈਂਟ ਕਰ ਰਿਹਾ ਹੈ ਕਿ ਸ਼ਾਇਦ ਇਹ ਕੇਵਲ ਜਿਹੜੀ ਆ ਪੰਜਾਬ ਦੇ ਹੀ ਕਿਸਾਨ ਜਿਹੜੇ ਭੜਕੇ ਹੋਏ ਨੇ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਗਵਰਨਮੈਂਟ ਹੈ। ਜਦ ਕਿ ਅਸੀਂ ਓਪਨਲੀ ਕਹਿ ਰਹੇ ਹਾਂ ਕਿ ਪੰਜਾਬ ਗਵਰਨਮੈਂਟ ਇਨਕਲੂਡਿੰਗ ਮਨਪ੍ਰੀਤ ਬਾਦਲ ਨੁਮਾਇੰਦੇ ਹੋਣ ਦੇ ਨਾਤੇ ਉਹ ਵੀ ਇਸ ਬਿੱਲ ਦੇ ਹੱਕ 'ਚ ਸੀ। ਹਰਸਿਮਰਤ ਕੌਰ ਬਾਦਲ ਵੀ ਇਸ ਬਿੱਲ ਦੇ ਹੱਕ 'ਚ ਸੀ। ਉਹ ਹਰ ਧਨਾੜ ਇਸ ਬਿੱਲ ਦੇ ਹੱਕ 'ਚ ਸੀਗਾ, ਜਿਨ੍ਹਾਂ ਨੇ ਬਿੱਲ ਪਾਸ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਸਿਲੋਜ਼ ਜਿਹੜੇ ਆ ਉਹ ਬਣਵਾਤੇ ਹੈ, ਉੱਥੇ ਸਟੋਰੇਜ ਬਣਾਤੀ ਹੈ ਕਿ ਇੱਕ ਆਮ ਕਿਸਾਨ ਦਾ ਫਸਲ ਜਿਹੜੀ ਆ ਉੱਥੇ ਕਿਵੇਂ ਸਟੋਰ ਕਰਨੀ ਆ ਔਰ ਕਿਵੇਂ ਉਹਦੇ ਰੇਟ ਲਾਉਣੇ ਆ। ਹਰ ਕੋਸ਼ਿਸ਼ 55 ਦਿਨਾਂ 'ਚ ਕੀਤੀ ਗਈ ਹੈ। ਹਰ ਕੋਸ਼ਿਸ਼ ਉਹ ਕੀਤੀ ਗਈ ਹੈ ਜਿਹਦੇ ਨਾਲ ਬਾਂਹ ਮਰੋੜੀ ਜਾ ਸਕੇ। ਪੰਜਾਬ ਦੇ ਕਿਸਾਨਾਂ ਨੂੰ ਪ੍ਰੈਸ਼ਰ ਪਾਇਆ ਗਿਆ, ਤੰਗ ਕਰਨ ਨੂੰ ਸਰਕਾਰ ਨੇ ਗੱਡੀਆਂ ਬੰਦ ਕਰਤੀਆਂ। ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਆ ਉਹ ਪੰਜਾਬ ਨੂੰ ਹੋਇਆ। ਬਹੁਤ ਸਾਰਾ ਨੁਕਸਾਨ ਜਿਹੜਾ ਆ ਉਹ ਸਾਨੂੰ ਪ੍ਰੋਡਕਸ਼ਨ 'ਚ ਹੋਇਆ, ਚਾਹੇ ਉਹ ਬਿਜ਼ਨਸ ਹਾਊਸਿਸ ਸੀਗੇ, ਚਾਹੇ ਉਹ ਸਾਈਕਲ ਇੰਡਸਟਰੀ ਹੈ ਲੁਧਿਆਣੇ ਦੀ, ਜਿਨ੍ਹਾਂ ਲੋਕਾਂ ਦੇ ਮਾਲ ਗੱਡੀਆਂ ਦੇ ਨਾ ਆਉਣ ਕਰਕੇ ਸਮਾਨ ਨਹੀਂ ਆਇਆ, ਸਮਾਨ ਗਿਆ ਨਹੀਂ, ਉਹਨਾਂ ਨੂੰ ਵੀ ਫਾਈਨੈਂਸ਼ੀਅਲ ਨੁਕਸਾਨ ਹੋਇਆ। ਔਰ ਇਹ ਕਿਹਨੇ ਕੀਤਾ ਹੈ? ਇੱਕ ਪੀਸਫੁਲ ਪ੍ਰੋਟੈਸਟ ਦੇ ਉੱਤੇ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਪੂਰਾ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੀ ਹੈ ਉਹ ਪੰਜਾਬ ਦੀਆਂ ਗੱਡੀਆਂ ਬੰਦ ਕਰਤੀਆਂ ਜਾਣ, ਜਦ ਕਿ ਕੋਈ ਵੀ ਐਸੀ ਐਕਟ ਨਹੀਂ ਹੋਇਆ ਵਾਇਲੈਂਸ ਦਾ ਜਿੱਥੇ ਕਿ ਕਿਸੇ ਵੀ ਕਿਸਾਨ ਨੇ ਜਿਹੜਾ ਆ ਐਸਾ ਇੰਡੀਕੇਸ਼ਨ ਦਿੱਤੀ ਹੋਏ ਕਿ ਇਹ ਪ੍ਰੋਟੈਸਟ ਜਿਹੜਾ ਆ ਇਹ ਪੀਸਫੁਲ ਨਹੀਂ ਹੈ। ਸਿਰਫ ਇੱਕ ਮੰਗ ਜਿਹੜੀ ਉਹ ਕਰ ਰਹੇ ਨੇ ਉਹ ਹੈ ਉਹਨਾਂ ਦੀ MSP, ਔਰ ਉਹਦੇ ਉੱਤੇ ਵੀ ਕੰਡੀਸ਼ਨਾਂ ਲਾਤੀਆਂ ਗਈਆਂ ਨੇ। ਮਗਰ ਅਫਸੋਸ ਇਹ ਹੈ ਕਿ ਸਰਕਾਰ ਇਹ ਭੁੱਲ ਗਈ ਕਿ ਜੇ ਤੁਸੀਂ ਰੇਲ ਗੱਡੀਆਂ ਬੰਦ ਕਰ ਦੋਗੇ ਤੇ ਜਿਹੜੀ ਉੱਤੇ ਕਸ਼ਮੀਰ ਦੀ ਸਟੇਟ JNK ਜਿੱਥੇ ਕਿ ਸਾਰੀ ਚੀਜ਼ ਪੰਜਾਬ ਥਾਣੀ ਲੰਘ ਕੇ ਜਿਹੜੀ ਆ ਟ੍ਰੇਨ ਥਾਣੀ ਉਹ ਜਾਂਦੀ ਹੈ, ਉੱਥੇ ਕੀ ਹਾਲਤ ਹੋ ਗਏ ਨੇ। ਉੱਥੇ ਸਬਜ਼ੀਆਂ ਦੇ ਭਾਅ ਜਿਹੜੇ ਆ ਜ਼ਮੀਨ ਉਹ ਸਮਾਨ ਨੂੰ ਟੱਚ ਕਰ ਗਏ ਆ। ਇਨਫਲੇਸ਼ਨ ਜਿਹੜੀ ਆ JNK 'ਚ ਉਹ ਗੱਡੀਆਂ ਬੰਦ ਕਰਕੇ ਇੰਨੀ ਵੱਧ ਗਈ ਆ, ਉੱਥੇ ਇੰਨੀ ਮੁਸ਼ਕਿਲਾਂ ਲੋਕਾਂ ਨੂੰ ਆਈਆਂ ਨੇ। ਇਹ ਬਹੁਤ ਵੱਡੀ ਇੱਕ ਈਗੋ ਵਾਲਾ ਜਿਹੜਾ ਇੱਕ ਫੈਸਲਾ ਲਿਆ ਗਿਆ। ਸਰਕਾਰਾਂ ਡੈਮੋਕ੍ਰੇਸੀ 'ਚ ਬਾਟਮ ਅਪ ਚੱਲਦੀਆਂ ਨੇ, ਇੱਥੇ ਇਸ ਮਾਮਲੇ ਦੇ ਵਿੱਚ ਟਾਪ ਡਾਊਨ ਜਿਹੜਾ ਫੈਸਲਾ ਲੈ ਕੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਜਿਹੜੀ ਆ ਖੋਹਣ ਦਾ ਪੂਰਾ ਪ੍ਰਬੰਧ ਜਿਹੜਾ ਕੀਤਾ ਗਿਆ, ਇਹ ਇੱਕ ਬਹੁਤ ਵੱਡਾ ਡੈਮੋਕ੍ਰੇਸੀ ਦੇ ਉੱਤੇ ਜਿਹੜਾ ਆ ਉਹ ਕੁਐਸਚਨ ਮਾਰਕ ਆ। ਔਰ ਇਸੇ ਚੀਜ਼ ਦੇ ਉੱਤੇ ਹੀ ਕਿਸਾਨ ਜਿਹੜੇ ਆ ਭੜਕੇ ਹੋਏ ਨੇ। ਕਿਸਾਨ ਜਿਹੜੇ ਆ ਆਪਣੇ ਆਪ ਨੂੰ, ਆਪਣੀਆਂ ਇਮੋਸ਼ਨਸ ਨੂੰ, ਆਪਣੇ ਰਿਐਕਸ਼ਨ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਕੇ ਇੱਕ ਐਡਾ ਵਧੀਆ ਜਿਹੜਾ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ ਕਿ ਇਹ ਸ਼ਾਇਦ ਇੰਡੀਆ ਦੇ ਇਤਿਹਾਸ ਵਿੱਚ ਪਹਿਲਾ ਐਸਾ ਪੀਸਫੁਲ ਪ੍ਰੋਟੈਸਟ ਹੈ, ਔਰ ਇੰਨਾ ਵੱਡਾ ਪ੍ਰੋਟੈਸਟ ਹੈ ਕਿ ਜਿਹਦੇ ਨਾਲ ਪੂਰੀ ਸਰਕਾਰ ਹਿੱਲੀ ਪਈ ਹੈ। ਐਗਰੀਕਲਚਰ ਰਿਲੇਟਡ ਬਿੱਲ ਹੈ, ਔਰ ਮੀਟਿੰਗ ਕਰਨਗੇ ਅਮਿਤ ਸ਼ਾਹ ਜੀ, ਮੀਟਿੰਗ ਕਰਨਗੇ ਰਾਜਨਾਥ ਜੀ, ਜਿਹੜੇ ਡਿਫੈਂਸ ਮਿਨਿਸਟਰ, ਹੋਮ ਮਿਨਿਸਟਰ, ਉਹ ਜਿਹੜੇ ਆ ਉਹਨਾਂ ਨੂੰ ਉੱਥੇ ਲਾਇਆ ਗਿਆ ਉਹਨਾਂ ਦੀ ਮੀਟਿੰਗ ਕਰਨ ਵਾਸਤੇ। ਇਹ ਇਸ ਚੀਜ਼ ਦਾ ਸੰਕੇਤ ਹੈ ਕਿ ਸ਼ਾਇਦ ਸਰਕਾਰਾਂ, ਚਾਹੇ ਉਹ ਪੰਜਾਬ ਸਰਕਾਰ ਸੀਗੀ, ਚਾਹੇ ਉਹ ਅਕਾਲੀ ਦਲ ਸੀਗੀ, ਚਾਹੇ ਉਹ BJP ਸਰਕਾਰ ਹੈ, ਸਾਰੀਆਂ ਹੀ ਸਰਕਾਰਾਂ ਜਿਹੜੀਆਂ ਨੇ ਉਹ ਇਸ ਚੀਜ਼ ਨੂੰ ਭੁੱਲ ਗਈਆਂ ਕਿ ਪੰਜਾਬ ਦੇ ਕਿਸਾਨ ਦੇ ਸੈਂਟੀਮੈਂਟਸ ਉਹਦੀ ਜ਼ਮੀਨ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਜਿਵੇਂ ਬੱਚੇ ਦੇ ਉਹਦੀ ਮਾਂ ਨਾਲ ਜੁੜੇ ਹੁੰਦੇ ਨੇ। ਸਾਡੇ ਨਾਲ ਗੱਲਬਾਤ ਕਰਨ ਨੂੰ ਜਗਤਾਰ ਨਿੱਜਰ ਜੀ ਜੁੜ ਚੁੱਕੇ ਨੇ। ਜਗਤਾਰ ਨਿੱਜਰ ਜੀ, ਮੈਂ ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਕਰਦਾ। ਜੀ ਆਇਆਂ।
ਬੰਦਾ ਸੀ ਬੜਾ ਵਧੀਆ ਤੁਸੀਂ ਗੱਲਾਂ ਕਰ ਰਹੇ ਹੋ, ਕਾਫੀ ਕੁਝ ਕਵਰ ਕਰਕੇ ਤੁਸੀਂ, ਜਿਹੜਾ ਕਿ ਮੇਰੇ ਵਿਚਾਰ ਵਿੱਚ ਵੀ ਸੀਗਾ। ਤੇ ਇੱਕ ਨਾ ਜਿਸ ਤਰ੍ਹਾਂ ਹੁਣ ਗੱਲ ਪੰਜਾਬ ਦੀ ਨਹੀਂ ਕਿ ਅੱਜ ਤੁਸੀਂ ਵੀ ਦੇਖ ਰਹੇ ਹੋਗੇ ਫੇਸਬੁੱਕ ਤੇ, ਯੂਪੀ ਤੋਂ ਵੀ ਕਿਸਾਨ ਆ ਰਿਹਾ ਵਾ, ਬਿਹਾਰ ਤੋਂ ਵੀ ਆ ਰਿਹਾ ਵਾ, ਹਰਿਆਣੇ ਤੋਂ ਵੀ ਆ ਰਹੇ ਹੈਗੇ ਆ। ਦੇਖੋ ਜੀ, ਪੰਜਾਬ ਬੀਇੰਗ ਵਾਟ ਇਟ ਇਜ਼ ਨੋਨ ਫॉर, ਕਿ ਜਿੰਨੇ ਵੀ ਰਿਵੋਲਟ ਹੋਏ ਹੈ ਨਾ ਜੀ, ਇਹ ਨਾਰਥ ਤੋਂ ਹੋਏ ਹੈਗੇ ਆ। ਇਤਿਹਾਸ ਗਵਾਹ ਹੈ ਜੀ ਕਿ ਅਬਦਾਲੀ ਨੂੰ ਭਲਾ ਅਬਦਾਲੀ ਹੈ, ਅੰਗਰੇਜ਼ ਹੈ, ਜੋ ਮਰਜ਼ੀ ਆਇਆ ਜੀ, ਇਹ ਧਰਤੀ ਰੈਵੋਲੂਸ਼ਨਰੀ ਰਹੀ ਹਮੇਸ਼ਾ ਜੀ, ਤੇ ਕ੍ਰਾਂਤੀ ਇੱਥੋਂ ਹੀ ਪੈਦਾ ਹੋਈ ਹੈ। ਕਿਸਾਨਾਂ ਨੇ ਜਿਹੜਾ ਇੰਨਾ ਸੰਜਮ ਵਰਤ ਕੇ ਉੱਥੇ ਗਏ ਹੈਗੇ ਆ, ਡੰਡੇ ਵੀ ਖਾਦੇ, ਪਾਣੀ ਵਿਛਾੜਾ ਵੀ ਖਾਧੀਆਂ। ਮੈਂ ਦਿਲੋਂ ਧੰਨਵਾਦੀ ਹਾਂ ਉਹਨਾਂ ਦੇ ਲੀਡਰਾਂ ਦਾ, ਜਿਨ੍ਹਾਂ ਨੇ ਸਭ ਨੂੰ ਕਿਹਾ ਵੀ ਕੌਮ ਰੱਖਣਾ ਆਪਾਂ। ਨਹੀਂ ਤਾਂ ਦੇਖੋ ਜੀ, ਸ਼ੇਰ ਕੌਮ ਤੁਸੀਂ ਮਾੜਾ ਜਿਹਾ ਹੱਥ ਲਾ ਕੇ ਦੇਖੋ, ਤੁਹਾਨੂੰ ਖਾ ਜਾਊਗੀ। ਜਿੰਨੀ ਆਬਾਦੀ ਸੀ ਲੋਕਾਂ ਦੀ ਨਾ ਜੀ, ਉਹ ਪੁਲਿਸ ਵਾਲੇ ਕਿੰਨੇ ਬੰਦਿਆਂ ਨੂੰ ਕਿੰਨੇ ਆਉਣੇ ਸੀਗੇ, ਤੁਸੀਂ ਹਿਸਾਬ ਲਾ ਲਓ ਜੀ। ਉਹਨਾਂ ਨੇ ਕਿਸੇ ਨੂੰ ਕੁਛ ਨਹੀਂ ਕਿਹਾ, ਉਹਨਾਂ ਨੂੰ ਲੰਗਰ ਵੀ ਛਕਵਾਇਆ। ਉਸ ਤੋਂ ਜ਼ਿਆਦਾ ਮੈਨੂੰ ਬੜਾ ਕਿ ਮਾਯੂਸੀ ਹੁੰਦੀ ਹੈ, ਤੁਸੀਂ ਰਹੇ ਹੋ ਆਰਮੀ ਵਿੱਚ, ਪਤਾ ਨਹੀਂ ਕੀ ਮਜਬੂਰੀ ਹੁੰਦੀ ਪੁਲਿਸ ਵਾਲਿਆਂ ਦੀ, ਤੁਸੀਂ ਯਾਰ ਡੰਡੇ ਕਿਉਂ ਮਾਰ ਰਹੇ ਬਜ਼ੁਰਗਾਂ ਦੇ? ਬਹੁਤ ਵੈਰੀ ਹਰਟਿੰਗ ਸੀਗੇ ਸੀਨ ਦੇਖਣਾ ਵੀ ਬਜ਼ੁਰਗਾਂ ਨੂੰ ਡੰਡੇ ਮਾਰ ਰਹੇ ਹੋ ਇੰਨੇ ਜ਼ੋਰ ਨਾਲ ਤੁਸੀਂ, ਤੇ ਘਰੇ ਜਾ ਕੇ ਆਪਣੇ ਪੇਰੈਂਟਸ ਨੂੰ ਕੀ ਮੂੰਹ ਦਿਖਾਉਂਦੇ ਹੋਣਗੇ, ਸ਼ੀਸ਼ਾ ਦਾ ਕੀ ਮੂੰਹ ਦੇਖਦੇ ਹੋਣਗੇ ਲੋਕ। ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਆ ਵੀਰ, ਐਡੀ ਕਿਹੜੀ ਸਰਕਾਰ ਦੀ ਮਜਬੂਰੀ ਹੈ ਕਿ ਉਹਨਾਂ ਨੇ ਬਿੱਲ ਲੈ ਕੇ ਹੀ ਆਉਣਾ ਉਹਨਾਂ ਨੇ, ਤੇ ਵਾਂਟ ਟੂ ਡੂ ਇਟ ਦਿਸ ਵੇ। ਯਾ ਜਗਤਾਰ ਜੀ, ਮੈਂ ਗੱਲ ਅੱਗੇ ਤੋਰਦਾ। ਵੇਖੋ, ਗੱਲ ਇਹ ਹੈਗੀ ਹੈ ਕਿ ਕੋਵਿਡ ਦੇ ਟਾਈਮ ਦੇ ਵਿੱਚ ਆਲਰੇਡੀ ਜਿਹੜੇ ਆ ਬਿਜ਼ਨੈਸਿਸ, ਛੋਟਾ ਬੰਦਾ, ਇੱਕ ਕਿਸਾਨ, ਉਹ ਜਿਹੜਾ ਆ ਉਹ ਫਾਈਨੈਂਸ਼ੀਅਲ ਪ੍ਰੈਸ਼ਰ ਦੇ ਵਿੱਚ ਜੂਝ ਰਿਹਾ। ਉਹ ਇੱਕ ਥਾਂ ਵਿੱਚ ਲਾਕਡਾਊਨ ਵਿੱਚ ਬੈਠਾ ਹੋਇਆ ਹੈ, ਔਰ ਤੁਸੀਂ ਉਸ ਟਾਈਮ ਐਸੇ ਬਿੱਲ ਲੈ ਕੇ ਆਉਂਦੇ ਹੋ ਜਿਹਦੇ ਵਿੱਚ ਫਰਦਰ ਜਿਹੜਾ ਆ ਕਿਸਾਨ ਨੂੰ ਇਹ ਖਤਰਾ ਆ ਕਿ ਉਹਦੀ ਜ਼ਮੀਨ ਵੀ ਜਾ ਸਕਦੀ ਆ, ਉਹਨੂੰ ਉਹਦਾ ਫਸਲ ਦਾ ਮੁਆਵਜ਼ਾ ਜਿਹੜਾ ਆ ਉਹ ਵੀ ਸਹੀ ਨਹੀਂ ਮਿਲੇਗਾ, ਔਰ ਆਪਣੀ ਮਨਮਰਜ਼ੀ ਨਾਲ ਜਿਹੜਾ ਕਾਰਪੋਰੇਸ਼ਨ ਘਨਾਰੇ ਜਿਹੜੇ ਆ ਉਹਦੇ ਸਟੈਂਡਰਡ ਕੁਆਲਿਟੀ ਸੈੱਟ ਕਰਕੇ ਉਹਨੂੰ ਚੀਪ ਰੇਟ ਦੇ ਉੱਤੇ ਜਦੋਂ ਮਰਜ਼ੀ ਜਿਹੜੀ ਆ ਕੰਡੀਸ਼ਨਾਂ ਲਾ ਕੇ ਉਹ ਲੈ ਸਕਦੇ ਨੇ। ਉਹ ਚੀਜ਼ ਦੇ ਉੱਤੇ ਉਸ ਟਾਈਮ ਦੇ ਉੱਤੇ ਸਭ ਤੋਂ ਵੱਡੀ ਗੱਲ ਆ ਕਿ ਇੱਕ ਬਿਲਕੁਲ ਗਲਤ ਟਾਈਮ ਹੈ। ਔਰ ਦੂਸਰਾ, ਇਹ ਸਿਰਫ ਅਗਰ ਇੱਥੋਂ ਤੱਕ ਅਸੀਂ ਸਿਰਫ ਵੇਖਦੇ ਹਾਂ ਕਿ ਸਿਰਫ MSP ਦਾ ਹੀ ਸਵਾਲ ਹੈ, ਤੇ ਸ਼ਾਇਦ ਜੋ ਵੀ ਇਹ ਸੋਚਦਾ ਆ ਉਹ ਗਲਤ ਸੋਚਦਾ ਆ, ਕਿਉਂਕਿ ਇਹ ਪੂਰਾ ਘੜਾ ਇਸ ਵੇਲੇ ਪੰਜਾਬੀਆਂ ਦਾ ਭਰਿਆ ਹੋਇਆ ਸੀਗਾ। ਇੱਥੇ ਚਾਹੇ ਉਹ ਯੂਥ ਦਾ ਇਸ਼ੂ ਹੈ, ਚਾਹੇ ਡਰੱਗ ਦਾ ਇਸ਼ੂ ਹੈ ਪੰਜਾਬ ਦਾ, ਚਾਹੇ ਉਹਨਾਂ ਦੀਆਂ ਜੌਬਸ ਦਾ ਇਸ਼ੂ ਹੈ, ਪੂਰੇ ਇੰਡੀਆ ਦੇ ਵਿੱਚ ਜੌਬਸ ਦਾ ਇਸ਼ੂ ਹੈ, ਉਹ ਸਾਰਾ ਹੀ ਯੂਥ ਜਿਹੜਾ ਆ ਉਹਦੇ ਉੱਤੇ ਇਹ ਇੱਕ ਫਾਈਨਲ, ਜਿੰਦਾ ਕਹਿੰਦੇ ਨਾ ਲਾਸਟ ਨੇਲ ਇਨ ਦਾ ਕਫਨ, ਉਹ ਜਿਹੜਾ ਸੀਗਾ ਉਹ ਇਹ ਪਿਆ ਆ। ਉਹਦੇ ਕਰਕੇ ਇੰਨਾ ਵੱਡਾ ਕਲੈਕਟਿਵ ਜਿਹੜਾ ਇਮੋਸ਼ਨ ਜਿਹੜੀਆਂ ਨੇ ਉਹ ਪਈਆਂ ਨੇ, ਜਿਨ੍ਹਾਂ ਨੇ ਕੋਈ ਪਰਵਾਹ ਕਰਦੇ ਬਿਨਾ, ਸਾਰੇ ਬੈਰੀਅਰ ਪਰੇ ਕਰਦੇ ਬਿਨਾ ਤੁਸੀਂ ਉਹ ਦਿੱਲੀ ਪਹੁੰਚੇ ਨੇ। ਔਰ ਇੱਥੇ ਹੀ ਜਗਤਾਰ ਜੀ, ਮੈਂ ਤੁਹਾਨੂੰ ਜਿਹੜਾ ਕੁਐਸਚਨ ਕਰਨ ਲੱਗਾ ਉਹ ਇਹ ਹੈ ਕਿ ਹੁਣ ਉੱਥੇ ਦਿੱਲੀ ਪਹੁੰਚ ਚੁੱਕੇ ਨੇ, ਸਰਕਾਰ ਇਸ ਵੇਲੇ ਜਿਹੜੀ ਆ ਉਹ ਡਿਫੈਂਸ ਮਿਨਿਸਟਰ ਨੂੰ, ਹੋਮ ਮਿਨਿਸਟਰ ਨੂੰ ਉੱਥੇ ਲਾ ਰਹੀ ਹੈ ਕਿ ਉਹਨਾਂ ਨਾਲ ਗੱਲਬਾਤ ਕਰਨ ਨੂੰ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਕਿ ਜਿਹੜਾ ਨੈਗੇਟਿਵ ਮੀਡੀਆ ਉੱਥੇ ਹੈ ਉਹ ਕਿਸੇ ਤਰ੍ਹਾਂ ਇਸ ਪੂਰੇ ਚੀਜ਼ ਨੂੰ ਡਿਫਰੈਂਟ ਰੰਗ ਦੇ ਕੇ, ਖਾਲਿਸਤਾਨ ਦਾ ਰੰਗ ਦੇ ਕੇ, ਇਹਨਾਂ ਨੂੰ ਵਾਇਲੈਂਸ ਦਾ ਰੰਗ ਦੇ ਕੇ, ਇਹਨਾਂ ਨੂੰ ਸਿਰਫ ਪੰਜਾਬੀਆਂ ਦਾ ਰੰਗ ਦੇ ਕੇ, ਸਿੱਖਾਂ ਦਾ ਰੰਗ ਦੇ ਕੇ, ਇਹਨੂੰ ਜਿਹੜਾ ਇਸ ਪੂਰੀ ਮੂਵਮੈਂਟ ਨੂੰ ਇੰਡੀਆ ਲੈਵਲ ਦੀ ਮੂਵਮੈਂਟ ਨਾ ਬਣ ਦਿੱਤਾ ਜਾਏ। ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਅੱਜ ਪੂਰੇ ਵਰਲਡ ਦੀ ਨਿਊਜ਼ ਜਿਹੜੀ ਆ, ਚਾਹੇ CBC ਆ, ਹਰ ਇੱਕ ਨਿਊਜ਼ ਜਿਹੜੀ ਆ ਉਹ ਇੱਕ ਕਿਸਾਨਾਂ ਦੇ ਇਸ਼ੂ ਨੂੰ ਜਿਹੜਾ ਆ ਉਹ ਹਾਈਲਾਈਟ ਕਰ ਰਹੀ ਆ, ਔਰ ਇਹਨੂੰ ਡੱਕਣਾ ਇੰਟਰਨੈਸ਼ਨਲ ਪ੍ਰੈਸ਼ਰ ਜਿਹੜਾ ਆ ਉਹ ਬਣ ਚੁੱਕਿਆ ਇਸ ਵੇਲੇ ਪੂਰੀ ਇੰਡੀਅਨ ਗਵਰਨਮੈਂਟ ਉੱਤੇ। ਤੇ ਮੈਂ ਤੁਹਾਨੂੰ ਕੁਐਸਚਨ ਇਹ ਕਰ ਰਿਹਾ ਕਿ ਬਈ ਇਸ ਵੇਲੇ ਤੁਹਾਨੂੰ ਕੀ ਲੱਗਦਾ ਹੈ ਕਿ ਬਈ ਕੀ ਜਿਹੜਾ ਇੰਡੀਅਨ ਮੀਡੀਆ ਆ ਉਹ ਕੀ ਰੋਲ ਪਲੇ ਕਰ ਰਿਹਾ, ਔਰ ਕੀ ਇਹ ਡੈਮੋਕ੍ਰੈਟਿਕ ਹੈ? ਤੁਹਾਡੇ ਇਹਦੇ ਤੇ ਕੀ ਵਿਚਾਰ ਨੇ? ਜੀ, ਇੰਡੀਅਨ ਮੀਡੀਆ ਤਾਂ ਪਿਛਲੇ ਕਈ ਸਾਲਾਂ ਤੋਂ ਡੈਮੋਕ੍ਰੈਟਿਕ ਹੈ ਹੀ ਨਹੀਂਗਾ, ਠੀਕ ਹੈ ਜੀ। ਤੇ ਦੇਖੋ ਜੀ, ਮੈਂ ਵੀਰ ਇੱਥੇ ਆਏ ਨੂੰ ਬਹੁਤ ਸਾਲ ਹੋ ਗਏ ਆ, ਬਾਹਲੀ ਉਮਰ ਇੱਥੇ ਗੁਜ਼ਾਰੀ ਹੈਗੀ ਹੈ, ਤੇ ਜਿੰਨਾ ਕੋ ਉੱਥੋਂ ਦੇ ਮੀਡੀਆ ਨਾਲ ਟੱਚ ਹੈਗੇ ਆ ਨਾ, ਉਹ ਕਿਹੜੀ ਬੋਲੀ ਬੋਲਦਾ ਹੈ, ਉਹਨਾਂ ਦਾ ਕੀ ਜ਼ਮੀਰ ਹੈਗਾ ਵੈ, ਜ਼ਮੀਰ ਤਾਂ ਹੈ ਨਹੀਂ, ਮਰੀਆਂ ਜ਼ਮੀਰ ਹੈ ਉਹਨਾਂ ਲੋਕਾਂ ਦੀਆਂ। ਤੇ ਪਰਸਨਲੀ ਸਪੀਕਿੰਗ, ਮੈਂ ਤਾਂ ਜੀ, ਮੈਂ ਕਿਸਾਨ ਜਥੇਬੰਦੀ 'ਚ ਹੁੰਦਾ ਤੇ ਮੈਂ ਤੇ ਉਹਨਾਂ ਨੂੰ ਕਹਿਣਾ ਸੀਗਾ ਵੀ ਕੋਈ ਵੀ ਜਿਹੜਾ ਮੇਨ ਮੀਡੀਆ ਦਾ ਪੱਤਰਕਾਰ, ਕੋਈ ਵੀ ਰਿਪੋਰਟਰ ਸਾਡੀ ਭੀੜ ਦੇ ਵਿੱਚ ਆ ਗਿਆ, ਸਾਡੀ ਉਹਦੀ ਜਾਨ ਮਾਲ ਦੀ ਜ਼ਿੰਮੇਵਾਰੀ ਕੋਈ ਨਹੀਂ ਹੋਊਗੀ। ਉਹਨਾਂ ਦਾ ਟੋਟਲ ਬਾਈਕਾਟ ਕੀਤਾ ਜਾਵੇ। ਉਹਨਾਂ ਦਾ ਕੋਈ ਵੀ ਮੀਡੀਆ ਦਾ ਬੰਦਾ, ਕੋਈ ਵੀ ਰਿਪੋਰਟਰ ਉਸ
ਸੰਘਰਸ਼ ਦੇ ਲਾਗੇ ਹੀ ਨਾ ਆਵੇ। ਉਹਨਾਂ ਨੂੰ ਕਹਿ ਦੇਣਾ ਚਾਹੀਦਾ ਬੋਲ ਕੇ ਕਿ ਜਿਹੜਾ ਕੋਈ ਆਇਆ ਆਪਦੀ ਜ਼ਿੰਮੇਵਾਰੀ ਤੇ ਆਵੇ ਜੀ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਉਹਦੀ। ਥੈਂਕ ਯੂ ਜਗਤਾਰ ਜੀ। ਦੇਖੋ ਅਸੀਂ ਫਰਦਰ ਜਿਹੜੀ ਗੱਲ ਕਰ ਰਹੇ ਹਾਂ, ਅੱਗੇ ਹੀ ਅਕਾਲੀ ਦਲ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਜਿਹੜੀ ਸਾਰੀ ਇਹ ਚੀਜ਼ ਜਿਹੜੀ ਆ, ਪੂਰਾ એનર્ਜੀ ਜਿਹੜੀ ਆ ਪੰਜਾਬ ਦੇ ਕਿਸਾਨਾਂ ਦੀ ਉਹ ਸੈਂਟਰ ਵੱਲ ਰੀਡਾਇਰੈਕਟ ਕਰਤੀ ਆ, ਆਪਣਾ ਪੱਲਾ ਹੱਥ ਝਾੜਤਾ। ਜਦ ਕਿ ਬਿੱਲ ਬਣਾਉਣ ਦੇ ਟਾਈਮ ਇਹ ਦੋਨੋਂ ਹੀ ਜਿਹੜੇ ਆ ਉਹ ਬਿਲਕੁਲ ਹਾਂ 'ਚ ਹਾਂ ਮਿਲਾ ਰਹੇ ਸੀਗੇ ਸੈਂਟਰ ਦੇ ਨਾਲ। ਦੂਸਰੇ ਪਾਸੇ ਵੇਖੋ ਇੱਕ ਇਹ ਜਿਹੜਾ ਇਸ ਵੇਲੇ ਇੰਨਾ ਹਜੂਮ ਉੱਥੇ ਬੈਠਾ ਹੋਇਆ ਆ ਕਿ ਮੀਡੀਆ ਜਿਹੜਾ ਆ ਉਹ ਮੇਨ ਸਟੇਜ ਤੇ ਨਹੀਂ ਜਾ ਰਿਹਾ। ਮੀਡੀਆ ਜਿਹੜਾ ਇਸ ਲਾਈਕ ਅ ਮਾਲ, ਤੁਸੀਂ ਮਾਲ 'ਚ ਜਾ ਕੇ ਕਿਤੇ ਵੀ ਜਾ ਕੇ ਸ਼ਾਪਿੰਗ ਕਰ ਸਕਦੇ ਹੋ। ਅੱਜ ਦੇ ਦਿਨ 'ਚ ਮੀਡੀਆ ਜਿਹੜਾ ਆ ਉਹ ਕੋਈ ਵੀ ਸਟੋਰੀ ਬਣਾ ਸਕਦਾ। ਉੱਥੇ 50-60 ਲੋਕ ਜਿਹੜੇ ਆ ਉਹ ਸਿਮਰਨਜੀਤ ਸਿੰਘ ਮਾਨ ਦੇ ਸਪੋਰਟਰ ਵੀ ਬੈਠੇ ਨੇ, ਉਹਨਾਂ ਕੋਲ ਮੀਡੀਆ ਜਾ ਕੇ ਖਾਲਿਸਤਾਨ ਦੀਆਂ ਗੱਲਾਂ ਕਰ ਸਕਦਾ ਔਰ ਸਾਰੀ ਦੁਨੀਆ ਨੂੰ ਦਿਖਾ ਸਕਦਾ ਹੈ ਕਿ ਵੇਖੋ ਜੀ ਇਹ ਤਾਂ ਖਾਲਿਸਤਾਨੀ ਜਿਹੜੇ ਆ ਉਹ ਇਹਦੇ ਪਿੱਛੇ ਨੇ। ਕਿਸੇ ਪਾਸੇ ਦੂਜੇ ਪਾਸੇ ਤੁਸੀਂ ਜਾ ਕੇ ਤੁਸੀਂ ਵਾਇਲੈਂਸ ਜਿਹੜੀ ਆ ਉਹਦੇ ਬਾਰੇ ਗੱਲ ਕਰਾ ਸਕਦੇ ਹੋ, ਕਿਉਂਕਿ ਇੰਨੇ ਜ਼ਿਆਦਾ ਲੋਕ ਸਾਰੇ ਦਿੱਲੀ ਦੇ ਆਲੇ ਦੁਆਲੇ ਬਾਰਡਰਾਂ ਦੇ ਵਿੱਚ ਜਿਹੜੇ ਆ ਲੋਕ ਬੈਠੇ ਹੋਏ ਆ। ਤੁਸੀਂ ਕਿਸੇ ਨੂੰ ਵੀ ਅਪਰੋਚ ਕਰ ਸਕਦੇ ਹੋ ਔਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਟੋਰੀ ਹੈ ਹੈਡਲਾਈਨ ਬਣਾ ਕੇ ਜਿਹੜੀ ਆ ਉਹ ਮੀਡੀਆ ਉੱਤੇ ਦਿੱਤੀ ਜਾ ਸਕਦੀ ਹੈ। ਇਸੇ ਕਰਕੇ ਹੀ ਅੱਜ ਇੰਨੀਆਂ ਜ਼ਿਆਦਾ ਜਿਹੜੀਆਂ ਨੇ ਸਟੋਰੀਜ਼ ਨੈਗੇਟਿਵ ਜਿਹੜੀਆਂ ਨੇ ਇੱਕ ਪੀਸਫੁਲ ਪ੍ਰੋਟੈਸਟ ਦੇ ਅਗੇਂਸਟ ਜਿਹੜੀਆਂ ਆ ਰਹੀਆਂ ਨੇ, ਕਿਉਂਕਿ ਇੰਨਾ ਕੁ ਸਟੋਰੀ ਅਵੇਲੇਬਲ ਹੈ, ਇੰਨੇ ਲੋਕ ਆਲੇ ਦੁਆਲੇ ਬੈਠੇ ਆ, ਕਿਉਂਕਿ ਮੇਨ ਮੀਡੀਆ ਜਿਹੜਾ ਆ ਉਹ ਸਹੀ ਚੀਜ਼ ਜਿਹੜੀ ਆ ਉਹ ਪ੍ਰੈਜ਼ੈਂਟ ਹੀ ਨਹੀਂ ਕਰ ਰਿਹਾ, ਕਿਉਂਕਿ ਉਹ ਮੇਨ ਸਟੇਜ ਦੇ ਉੱਤੇ ਜਾ ਹੀ ਨਹੀਂ ਰਿਹਾ। ਮੇਨ ਸਟੇਜ ਦੇ ਜਿਹੜੇ ਉੱਥੇ ਕਿਸਾਨ ਯੂਨੀਅਨ ਦੇ ਲੀਡਰਸ ਨੇ ਉਹਨਾਂ ਨਾਲ ਗੱਲ ਹੀ ਨਹੀਂ ਕਰ ਰਿਹਾ, ਮਗਰ ਇਸੇ ਤਰ੍ਹਾਂ ਹੀ ਵਰਗਲਾਇਆ ਜਾ ਰਿਹਾ ਜਿਵੇਂ ਕਿ ਪਿਛਲੇ ਸਾਰੇ ਪ੍ਰੋਟੈਸਟ ਜਿਹੜੇ ਪਿਛਲੇ 4-5 ਸਾਲ 'ਚ ਜਿੰਨੇ ਵੀ ਪ੍ਰੋਟੈਸਟ ਹੋਏ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਰੰਗ ਦੇ ਦਿੱਤਾ ਗਿਆ। ਤੇ ਮੈਂ ਜਗਤਾਰ ਜੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਜਿੰਨਾ ਵਧੀਆ ਤਰੀਕੇ ਨਾਲ ਸਾਰੇ ਕਿਸਾਨ ਯੂਨੀਅਨ ਨੇ ਇਹ ਪ੍ਰੋਟੈਸਟ ਕੀਤਾ ਆ, ਤੁਹਾਡੀ ਕੋਈ ਐਸੀ ਜਾਣਕਾਰੀ ਹੈ ਕਿ ਪਿਛਲੇ ਇੰਡੀਆ ਦੇ ਇੰਡੀਪੈਂਡੈਂਸ ਤੋਂ ਲੈ ਕੇ ਹੁਣ ਤੱਕ ਐਸਾ ਪੀਸਫੁਲ ਏਡਾ ਵੱਡਾ ਪ੍ਰੋਟੈਸਟ ਔਰ 55-56 ਦਿਨ ਚਲਾਉਣਾ, ਕੋਈ ਐਸੀ ਜਾਣਕਾਰੀ ਹੈ ਕਿ ਜਾਂ ਇਹ ਸ਼ਾਇਦ ਇੰਡੀਆ ਦੇ ਇਤਿਹਾਸ ਵਿੱਚ ਐਸਾ ਅੰਦੋਲਨ ਬਣ ਜਾਏਗਾ ਕਿ ਇਹਦੇ ਨਾਲ ਆਉਣ ਵਾਲੀਆਂ ਸਰਕਾਰਾਂ ਦੇ ਉੱਤੇ ਵੀ ਅਸਰ ਪਏਗਾ? ਵੀਰ ਜੀ, ਪਹਿਲੀ ਗੱਲ ਹੈਗੀ ਆ ਕਿ ਇੰਨਾ ਸ਼ਾਂਤਮਈ ਪ੍ਰੋਟੈਸਟ ਕਰਨਾ ਉਹ ਵੀ ਕਿਸਾਨਾਂ ਦੁਆਰਾ, ਇਹ ਆਪਣੇ ਆਪ 'ਚ ਬਹੁਤ ਵੱਡੀ ਅਚੀਵਮੈਂਟ ਹੈ। ਕਿਉਂਕਿ ਕਿਸਾਨ, ਕੋਈ ਵੀ ਕਿਸਾਨ ਜਿਹੜਾ ਹੱਡ ਭੰਨਵੀਂ ਮਿਹਨਤ ਕਰਨ ਵਾਲਾ ਬੰਦਾ ਨਾ, ਉਹਦਾ ਖੂਨ ਗਰਮ ਹੁੰਦਾ ਉਹਦਾ, ਠੀਕ ਹੈ ਜੀ। ਆਮ ਬੰਦਾ ਤਾਂ ਸ਼ਾਂਤੀ ਦੀ ਗੱਲ ਕਰ ਸਕਦਾ, ਜਿਹਨੇ ਕਦੇ ਕੋਈ ਹੱਥੀਂ ਕੰਮ ਨਾ ਕੀਤਾ ਹੋਵੇ। ਹੱਥੀਂ ਕੰਮ ਕਰਨ ਵਾਲਾ ਬੰਦਾ ਇੰਨਾ ਸ਼ਾਂਤਮਈ ਪ੍ਰੋਟੈਸਟ ਕਰ ਲੇ, ਇਹ ਸਾਰੇ ਵਧਾਈ ਦੇ ਪਾਤਰ ਹੈਗੇ ਆ। ਦੂਜੀ ਗੱਲ, ਸਿਰਫ ਜਿਹੜੀ ਗੌਰਮੈਂਟ ਰੀਅਲਾਈਜ਼ ਨਹੀਂ ਕਰ ਰਹੀ, ਉਹ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਹੈ। ਜਿਸ ਤਰ੍ਹਾਂ ਤੁਸੀਂ ਆਖਿਆ ਵੀ ਖਾਲਿਸਤਾਨ ਦੀ ਮੰਗ ਨੂੰ ਉਠਾ ਰਹੇ ਹੈ, ਉੱਥੇ ਕੋਈ ਮੰਗ ਹੈ ਨਹੀਂ ਇੱਦਾਂ ਦੀ। ਪਰ ਜੇ ਏਦਾਂ ਹਵਾ ਦਿੰਦੇ ਰਹੇ ਨਾ, ਜੇ ਉਹ ਅੱਗ ਉੱਠ ਵੀ ਪਈ ਤਾਂ ਗੌਰਮੈਂਟ ਤੋਂ ਰੋਕ ਹੁਣ ਹੋਣੀ ਨਹੀਂ ਗੀ। ਪਹਿਲਾਂ ਤਾਂ ਰੋਕ ਗਏ ਸੀ ਉਦੋਂ, ਹੁਣ ਇਹ ਗੱਲ ਤੁਸੀਂ ਵੀ ਜਾਣਦੇ ਤੱਕ ਪੜੀ ਬਾਤੀ, ਜੇ ਅੱਜ ਉਹਦੀ ਦੁਬਾਰਾ ਮੰਗ ਉੱਥੋਂ ਲੋਕਾਂ ਨੇ, ਜੇ ਕਹਿੰਦੇ ਨਾ ਵੀ ਕੱਲ ਉੱਥੇ ਨਹੀਂ ਹੋਰ ਵੀ ਜਿਹੜੇ ਕਮਿਊਨਿਟੀਜ਼ ਹੈਗੀਆਂ, ਜੇ ਉਹਨਾਂ ਨੂੰ ਹੋਰ ਦਬਾਇਆ ਜਾਊਗਾ ਨਾ ਜੀ, ਕਹਿੰਦੇ ਯੂ ਕੈਨ ਓਨਲੀ ਗੋ ਸੋ ਲੋ, ਉਦੋਂ ਬਾਅਦ ਬੰਦਾ ਉੱਪਰ ਹੀ ਉੱਠਦਾ ਵਾ। ਤੇ ਜੇ ਉਹਨਾਂ ਨੂੰ ਹੋਰ ਦਬਾਇਆ ਜਾਊਗਾ ਨਾ ਜੀ, ਤੇ ਫਿਰ ਗੌਰਮੈਂਟ ਤੋਂ ਰੋਕ ਨਹੀਂ ਹੋਣੇ। ਇਹ ਪਹਿਲੀ ਗੱਲ। ਦੂਜੀ ਗੱਲ ਹੈ ਜੀ, ਮੈਂ ਸਿਰਫ ਇੱਕੋ ਚੀਜ਼ ਤੇ ਥੋੜਾ ਜਿਹਾ ਨਾਰਾਜ਼ ਜ਼ਰੂਰ ਜਥੇਬੰਦੀਆਂ ਤੋਂ, ਜਿੰਨੇ ਵੀ MP ਚੂਜ਼ ਕੀਤੇ ਗਏ ਬੜੇ ਵੇ ਹੈ। ਦੇਖੋ ਜੀ, ਮੈਂ ਹੁੰਦਾ ਲੀਡਰਾਂ ਦੇ ਕਹਿਣਾ ਜੀ ਕੱਲੇ MP ਨੂੰ ਫੜ ਕੇ ਲਿਆਓ, ਟਰੈਕਟਰਾਂ ਦੇ ਬੰਨੋ ਮੂਰੇ, ਇਹ ਮੂਰੇ ਜਾਣਗੇ ਸਾਡੇ ਨਾਲ ਜੀ, ਪਛਾੜ ਪੋ ਪਹਿਲਾਂ ਇਹਨਾਂ ਤੇ ਪਊਗੀ ਜੀ। ਜਿਨ੍ਹਾਂ ਨੇ ਜਦੋਂ ਗੌਰਮੈਂਟ ਨੇ ਫੈਸਲੇ ਕੀਤੇ ਸੀਗੇ ਉੱਥੇ ਬੈਠੇ ਵੀ ਸੀਗੇ, ਜਿਹੜੇ ਨਹੀਂ ਵੀ ਬੈਠੇ ਸੀਗੇ, ਭਾਈ ਤੁਸੀਂ ਪਾਰਟ ਆਫ ਦਾ ਗੌਰਮੈਂਟ ਹੈਗੇ ਹੈ। ਜੇ ਤੁਸੀਂ ਸਾਡੀ ਆਵਾਜ਼ 56 ਦਿਨਾਂ ਤੋਂ ਗੌਰਮੈਂਟ ਦੇ ਨਹੀਂ ਪਹੁੰਚਾ ਸਕੇਗੇ ਤੇ ਬੈਠੋ ਟਰੈਕਟਰ ਦੇ ਮੂਰੇ ਬੰਨ ਕੇ ਲਿਆਣੇ ਚਾਹੀਦੇ ਸਾਰੇ ਹੋ, ਤਾਂ ਕਿ ਉਹ ਪਤਾ ਲੱਗੇ। ਬਿਲਕੁਲ ਜਗਤਾਰ ਜੀ, ਅਸੀਂ ਗੱਲ ਇਹ ਕਰਦੇ ਹਾਂ ਅੱਗੇ ਲੀਡਰ ਆਹੋ, ਲੀਡ ਕਰਨ ਦੇ ਉਹਨਾਂ ਨੂੰ। ਉਹਦੀ ਜਿਸ ਤਰ੍ਹਾਂ ਬਾਕੀ ਟਰਾਲੀਆਂ ਦੇ ਪਿੱਛੇ ਬੈਠੇ ਸੀ ਨਾ ਜੀ, ਉਹਨਾਂ ਤੋਂ ਮੂਰੇ ਬੋਨਟ ਤੇ ਬੰਨ ਕੇ ਲੈ ਕੇ ਜਾਂਦੇ ਜੀ ਰੱਖਿਆ ਨਾਲ। ਬਿਲਕੁਲ ਜੀ, ਹਾਂਜੀ ਥੈਂਕ ਯੂ। ਮੈਂ ਆਪਣਾ ਤੁਹਾਡੇ ਨਾਲ ਫੇਰ ਜੁੜਦਾ ਹਾਂ। ਗੱਲ ਇੱਥੇ ਇਹ ਕਰ ਰਹੇ ਹਾਂ ਕਿ ਵੇਖੋ ਕਿੰਨੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ਤੇ ਹਰਿਆਣੇ ਦਾ ਜਿਹੜਾ ਕਿਸਾਨ ਆ ਉਹ ਜਿਹੜੇ ਆ ਉਹਨਾਂ ਦੇ ਵਿੱਚ ਪਾੜ ਪਾਈ ਜਾਏ। ਕਿਉਂਕਿ ਸ਼ਾਂਤਮਈ ਮਾਰਚ ਜਿਹੜਾ ਜਾ ਰਿਹਾ ਹੈ, ਜਿੱਥੇ ਕਿ ਸੈਂਟਰ ਇਨਵਾਈਟ ਕਰ ਰਿਹਾ, ਉਹਨੂੰ ਹਰਿਆਣਾ ਗੌਰਮੈਂਟ ਜਿਹੜੀ ਆ ਉਹ ਰੋਕ ਰਹੀ ਹੈ, ਉਹਨਾਂ ਤਸ਼ੱਦਦ ਕਰ ਰਹੀ ਹੈ, ਉਹਨਾਂ ਨੂੰ ਇੱਕ ਵਾਇਲੈਂਟ ਜਿਹੜੀ ਚੀਜ਼ ਹੈ ਉਹ ਦੱਸੀ ਜਾ ਰਹੀ ਹੈ। ਔਰ ਸਭ ਤੋਂ ਹਾਸੇ ਵਾਲੀ ਚੀਜ਼ ਇਹ ਹੈ ਕਿ ਇੱਕ ਚੀਫ ਮਿਨਿਸਟਰ ਜਿਹੜੇ ਹਰਿਆਣੇ ਦੇ ਆ ਉਹ ਇਹ ਕਹਿ ਰਹੇ ਆ ਕਿ ਅਸੀਂ ਇਸ ਕਰਕੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਕਿਉਂਕਿ ਇਹਦੇ ਨਾਲ ਕੋਵਿਡ ਦਾ ਵਾਧਾ ਹੋ ਸਕਦਾ। ਕਿ
ਸੋ ਇਹ ਚੀਜ਼ਾਂ ਜਿਹੜੀਆਂ ਦੱਸਦੀਆਂ ਨੇ ਕਿ ਪਿੱਛੇ ਕਿੱਡਾ ਵੱਡਾ ਨੈਕਸਸ ਹੈ ਕਿ ਪੰਜਾਬ ਤੇ ਹਰਿਆਣੇ ਨੂੰ ਹੋਰ ਸਪਲਿਟ ਕਰਤਾ ਜਾਏ, ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਉਹਨੂੰ ਸਪਲਿਟ ਕਰਤਾ ਜਾਏ, ਔਰ ਪੰਜਾਬ ਦੀ ਬਾਂਹ ਕਿੰਨੀ ਮਰੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ ਉਹਦੇ ਉੱਤੇ ਵੀ ਕੱਟ ਲਾਤਾ ਗਿਆ ਹੈ ਸੈਂਟਰ ਗੌਰਮੈਂਟ ਵੱਲੋਂ, ਤਾਂ ਕਿ ਜਿੰਨੀ ਵੀ ਕੋਸ਼ਿਸ਼ ਕਰਕੇ ਜਿੰਨਾ ਵੀ ਜਿਹੜੀ ਆ ਉਹ ਬਾਂਹ ਮਰੋੜ ਕੇ ਉਹ ਕੰਮ ਕੀਤਾ ਜਾ ਸਕੇ ਉਹ ਕੀਤਾ ਗਿਆ, ਮਗਰ ਉਹ ਚੱਲਿਆ ਨਹੀਂ। ਔਰ ਹਾਲਾਤ ਇਹ ਆ ਗਏ ਨੇ ਕਿ ਜਿਹੜੀ ਸਰਕਾਰ ਅੱਜ ਗੱਲਬਾਤ ਕਰਨ ਨੂੰ ਰੈਡੀ ਨਹੀਂ ਸੀ, ਉਹ ਪਹਿਲਾਂ ਤਾਂ ਗੱਲਬਾਤ ਕਰ ਰਹੀ ਹੈ ਵਿਦਆਊਟ ਕੰਡੀਸ਼ਨਸ। 3 ਦਸੰਬਰ ਨੂੰ ਮੀਟਿੰਗਸ ਹੋ ਰਹੀਆਂ ਨੇ, ਔਰ ਮੀਟਿੰਗ ਜਿਹੜੀ ਆ ਉਹ ਸਾਡੇ ਇੰਡੀਆ ਦੇ ਐਗਰੀਕਲਚਰ ਮਿਨਿਸਟਰ ਨਰਿੰਦਰ ਤੋਮਰ ਨਹੀਂ, ਅਮਿਤ ਸ਼ਾਹ ਹੋਮ ਮਿਨਿਸਟਰ ਔਰ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜਿਹੜੇ ਉਹ ਕਰ ਰਹੇ ਨੇ, ਕਿਉਂਕਿ ਇਹ ਸ਼ਾਇਦ ਸਰਕਾਰ ਦੇ ਦਿਮਾਗ 'ਚ ਗੱਲ ਆ ਗਈ ਹੈ ਕਿ ਪੰਜਾਬ ਦੇ ਵਿੱਚ ਦੋ ਹੀ ਸਭ ਤੋਂ ਜਿਹੜੀਆਂ ਮਸ਼ਹੂਰ ਉਹ ਕਿੱਤੇ ਰਹੇ ਨੇ ਕਿ ਜਾਂ ਤੇ ਜੱਟ ਦਾ ਪੁੱਤ ਜ਼ਮੀਨ ਵਾਹੁੰਦਾ ਤੇ ਜਾਂ ਉਹ ਫੌਜ 'ਚ ਜਾਂਦਾ। ਸੋ ਜਿੱਥੇ ਫੌਜ ਵਿੱਚ ਗਏ ਵੀ ਲੋਕ ਉਸੇ ਹੀ ਕਿੱਤੇ ਨਾਲ ਜੁੜੇ ਹੋਏ ਨੇ, ਤਾਂ ਫੌਜੀ ਜੈ ਜਵਾਨ ਜੈ ਕਿਸਾਨ ਦੋਨਾਂ ਨੂੰ ਹੀ ਤੰਗ ਕੀਤਾ ਗਿਆ ਇਸ ਬਿੱਲ ਕਰਕੇ। ਔਰ ਅੱਜ ਇਸੇ ਕਰਕੇ ਹੀ ਡਿਫੈਂਸ ਮਿਨਿਸਟਰ ਔਰ ਹੋਮ ਮਿਨਿਸਟਰ ਦੋਨਾਂ ਨੂੰ ਗੱਲ ਕਰਨੀ ਜਿਹੜੀ ਆ ਉਹ ਪੈ ਰਹੀ ਹੈ। ਅਸੀਂ ਹੁਣ ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਤੁਹਾਡੇ ਸਾਰਿਆਂ ਨਾਲ ਦੁਬਾਰਾ ਜੁੜਦੇ ਹਾਂ, ਜਗਤਾਰ ਜੀ ਤੁਹਾਡੇ ਨਾਲ ਵੀ ਜੁੜਦੇ ਹਾਂ ਦੁਬਾਰਾ, ਔਰ ਗੱਲ ਕਰਾਂਗੇ ਕਿ ਕੀ ਇਵੇਂ ਹੀ ਅਗਰ ਡੈਮੋਕ੍ਰੇਸੀ ਦਾ ਹਾਲ ਰਿਹਾ, ਇਵੇਂ ਹੀ ਅਗਰ ਪੀਸ ਪ੍ਰੋਟੈਸਟ ਜਿਹੜੇ ਆ ਉਹਨਾਂ ਨੂੰ ਰੋਕਿਆ ਗਿਆ, ਤਾਂ ਕੀ ਕਿਤੇ ਨਾ ਕਿਤੇ ਇਹ ਡੈਮੋਕ੍ਰੇਸੀ ਉੱਤੇ ਖਤਰਾ ਬਣੇਗਾ? ਕੀ ਇਹ ਸਾਰੀ ਆਵਾਜ਼ ਕਲੈਕਟਿਵਲੀ ਜਿਹੜੀ ਆ ਇੰਨੇ ਕਿਸਾਨਾਂ ਦੀ, ਔਰ ਜਿਹੜਾ ਕਿ ਅੱਧੇ ਨਾਲੋਂ ਵੱਧ ਜਿਹੜੀ ਪਾਪੂਲੇਸ਼ਨ ਹੈ ਉਹਦੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਕਿੰਨੀ ਦੇਰ ਸਰਕਾਰ ਜਿਹੜੀ ਆ ਉਹ ਡੱਕ ਸਕੇਗੀ? ਇਹ ਤਾਂ ਨਹੀਂ ਕਿ ਕਿਤੇ ਐਸੀ ਸਿਚੁਏਸ਼ਨ ਆ ਜਾਏ ਕਿ ਜਿੱਥੇ ਇੱਕ ਐਸਾ ਨਵਾਂ ਹੀ ਕ੍ਰਾਂਤੀ ਜਿਹੜੀ ਆ ਸ਼ੁਰੂ ਹੋ ਜਾਏ ਕਿ ਜਿਹੜੀ ਸਰਕਾਰ ਜਿਹੜੀ ਆ ਉਹਨੂੰ ਡੱਕ ਨਾ ਸਕੇ। ਤੁਹਾਡੇ ਨਾਲ ਜੁੜਦੇ ਆ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜਗਤਾਰ ਜੀ ਤੁਸੀਂ ਲਾਈਨ ਤੇ ਬਣੇ ਰਹੋ, ਬਹੁਤ ਬਹੁਤ ਧੰਨਵਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905452 5127 905 452 51। ਹੱਕਾਂ ਦੀ ਜੰਗ ਹੈ ਵੀਰੋ, ਸਬਰਾਂ ਨਾਲ ਲੜਨੀ ਪੈਣੀ। ਹੱਕਾਂ ਦੀ ਜੰਗ ਹੈ ਵੀਰੋ, ਸਬਰਾਂ ਨਾਲ ਲੜਨੀ ਪੈਣੀ। ਚੱਲੀ ਜੋ ਚਾਲ ਸਮੇਂ ਨੇ, ਅਕਲਾਂ ਨਾਲ ਫੜਨੀ ਪੈਣੀ। ਸਮਝਾਂ ਨਾਲ ਮਿੱਥੋਂ ਨਿਸ਼ਾਨੇ, ਗੱਲਾਂ ਦੇ ਵਿੱਚ ਨਾ ਆਓ। ਮਿੱਟੀ ਦੇ ਪੁੱਤਰੋ ਵੇ, ਅਕਲਾਂ ਨੂੰ ਤਾਰ ਲਗਾਓ। ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ। ਤੇਗਾਂ ਨੂੰ ਮੋੜਨ, ਤੇਗਾਂ ਨੀਤੀ ਨੂੰ ਅਕਲਾਂ ਬਈ। ਤੇਗਾਂ ਨੂੰ ਮੋੜਨ, ਤੇਗਾਂ ਨੀਤੀ ਨੂੰ ਅਕਲਾਂ ਬਈ। ਹੋਂਦ ਸਾਂਭਣ ਦੀ ਜੰਗ ਗੱਲ ਅਗਲੀਆਂ ਨਸਲਾਂ ਦੀ। ਹੋਂਦ ਸਾਂਭਣ ਦੀ ਜੰਗ ਹੈ ਗੱਲ ਅਗਲੀਆਂ ਨਸਲਾਂ ਦੀ। ਨਿੱਕਿਆਂ ਪਿੰਡਾਂ ਚੋਂ ਉੱਠ ਕੇ, ਨਿੱਕਿਆਂ ਪਿੰਡਾਂ ਚੋਂ ਉੱਠ ਕੇ ਦੁਨੀਆ ਨੂੰ ਗੱਲ ਸੁਣਾਵੋ। ਮਿੱਟੀ ਦੇ ਪੁੱਤਰੋ ਵੇ, ਅਕਲਾਂ ਨੂੰ ਤਾਰ ਲਗਾਓ। ਮਿੱਟੀ ਦੇ ਪੁੱਤਰੋ ਵੇ, ਅਕਲਾਂ ਨੂੰ ਤਾਰ ਲਗਾਓ। ਮਿੱਟੀ ਦੇ ਪੁੱਤਰੋ ਵੇ। ਰੇਡੀਓ ਜ਼ਿੰਦਾਬਾਦ ਤੇ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਫਿਰ ਤੋਂ। ਔਰ ਜਿਵੇਂ ਇਹ ਗੀਤ ਵਿੱਚ ਵੀ ਸਾਰਾ ਸੁਨੇਹਾ ਜਿਹੜਾ ਆ ਉਹਨਾਂ ਕਿਸਾਨਾਂ ਨੂੰ, ਉਹਨਾਂ ਕਿਸਾਨ ਯੂਨੀਅਨਸ ਨੂੰ ਦਿੱਤਾ ਜਾ ਰਿਹਾ ਕਿ ਨੀਤੀਆਂ ਜਿਹੜੀਆਂ ਨੇ ਉਹ ਹਮੇਸ਼ਾ ਦਿਮਾਗ ਨਾਲ ਹੀ ਉਹਨਾਂ ਨੂੰ ਟੱਕਰ ਦਿੱਤੀ ਜਾਂਦੀ ਹੈ। ਇਸ ਕਰਕੇ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਐਸਾ ਪ੍ਰੋਟੈਸਟ ਜਿਹੜਾ ਆ ਉਹ ਜ਼ਰੂਰ ਕਰੋ, ਉਹਨੂੰ ਕੰਟੀਨਿਊ ਰੱਖੋ, ਤਾਂ ਕਿ ਦੋ ਉਦਾਹਰਨਾਂ ਬਣ ਸਕਣ। ਇੱਕ ਕਿ ਕੋਈ ਵੀ ਕਿਸਾਨ ਦੇ ਨਾਲ ਉਹਦੇ ਨਾਲ ਧੱਕਾ ਨਾ ਕਰ ਸਕੇ, ਚਾਹੇ ਕੋਈ ਵੀ ਸਰਕਾਰ ਹੋਏ। ਔਰ ਦੂਸਰਾ ਖਾਸ ਤੌਰ ਤੇ ਇਹ ਸਬੂਤ ਦਿੱਤਾ ਜਾਏ ਕਿ ਜਿਹੜੀਆਂ ਕੌਮਾਂ ਮਾਰਸ਼ਲ ਕੌਮਾਂ ਨੇ, ਜਿਹੜੀਆਂ ਕੌਮਾਂ ਦਾ ਜਜ਼ਬਾ ਇੰਨਾ ਸਟਰੋਂਗ ਹੈ, ਉਹ ਵੀ ਜਦੋਂ ਚਾਹਣ
ਤੇ ਉਹ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਉਹ ਆਪਣੇ ਹੱਕਾਂ ਦੇ ਨਾਲ ਆਪਣੇ ਹੱਕਾਂ ਲਈ ਲੜ ਸਕਦੀਆਂ ਨੇ ਔਰ ਵੱਡੀਆਂ ਵੱਡੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਗੋਡੇ ਟੇਕ ਸਕਦੀਆਂ ਨੇ। ਅੱਜ ਸਰਕਾਰ ਦੇ ਗੋਡੇ ਟੇਕੇ ਗਏ ਨੇ। ਇਹ ਸਬੂਤ ਹੈ ਇਸ ਚੀਜ਼ ਦਾ ਕਿ ਉਹ ਕਿਸਾਨ ਜਿਹਦੀ ਕੋਈ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਸੀਗਾ, ਜਿਹਦੀ ਪੂਰੀ ਕੋਸ਼ਿਸ਼ ਕੀਤੀ ਗਈ ਪਿਛਲੇ 40-50 ਦਿਨਾਂ ਦੇ ਵਿੱਚ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਚਾਹੇ ਉਹਨਾਂ ਦੀਆਂ ਗੱਡੀਆਂ ਬੰਦ ਕਰਤੀਆਂ ਜਾਣ, ਚਾਹੇ ਉਹਨਾਂ ਦੀ ਬਿਜਲੀ ਦੇ ਉੱਤੇ ਅਸਰ ਹੋਏ, ਚਾਹੇ ਉਹਨਾਂ ਦੇ ਖਾਣੇ ਪੀਣ ਦੇ ਅਸਰ ਹੋਏ, ਉਹਨਾਂ ਦੇ ਛੋਟੇ ਬਿਜ਼ਨਸ ਉੱਤੇ ਅਸਰ ਹੋਏ, ਹਰ ਇੱਕ ਤਰੀਕੇ ਨਾਲ ਉਹਨਾਂ ਨੇ ਠੰਡ ਵੀ, ਬਾਰਿਸ਼ਾਂ ਵੀ, ਵਾਟਰ ਕੈਨਨਸ ਵੀ, ਟੀਅਰ ਗੈਸਾਂ ਵੀ, ਸਾਰਿਆਂ ਦੇ ਸਾਹਮਣਾ ਕਰਦਿਆਂ ਪਹੁੰਚ ਗਏ ਨੇ ਉਹ ਜਿੱਥੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀ। ਔਰ ਹੁਣ ਜਿਹੜਾ ਆ ਜਦੋਂ ਕਿ ਨੈਸ਼ਨਲ ਕੈਪੀਟਲ ਦੇ ਵਿੱਚ ਇਹ ਪ੍ਰੋਟੈਸਟ ਹੋਏਗਾ, ਪੀਸਫੁਲ ਪ੍ਰੋਟੈਸਟ ਹੋਏਗਾ, ਉੱਥੇ ਇਹ ਆਵਾਜ਼ ਦਬਾਉਣੀ ਸ਼ਾਇਦ ਮੁਸ਼ਕਿਲ ਹੋ ਜਾਏਗੀ। ਹੱਠ ਕੰਦੇ ਪੂਰੇ ਅਪਣਾਏ ਜਾ ਰਹੇ ਨੇ ਕਿ ਇਹਨੂੰ ਕੋਈ ਨਾ ਕੋਈ ਰੰਗ ਦੇ ਕੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਤੋੜਿਆ ਜਾਏ। ਇਹ ਜਿਹੜੇ 32 ਯੂਨੀਅਨਸ ਨੇ ਇਹ ਇਕੱਠ ਤੋੜਿਆ ਜਾਏ। ਸ਼ਾਇਦ ਸਰਕਾਰਾਂ ਜਿਹੜੀਆਂ ਨੇ ਉਹ ਇਹ ਭੁੱਲ ਚੁੱਕੀਆਂ ਨੇ ਕਿ ਪੰਜਾਬ ਦਾ ਕਿਸਾਨ ਅਨਪੜ੍ਹ ਨਹੀਂ ਹੈ। ਇਹ ਕਿਸਾਨ ਯੂਨੀਅਨ ਦੇ ਲੀਡਰ ਜਿਹੜੇ ਆ ਇਹ ਅਨਪੜ੍ਹ ਨਹੀਂ ਨੇ। ਕਿਸਾਨ ਬੇਸ਼ੱਕ ਖੇਤੀ ਕਰਦਾ ਮਗਰ ਉਹਦਾ ਬੱਚਾ ਪੜ੍ਹਿਆ ਲਿਖਿਆ ਆ, ਡਾਕਟਰ ਆ, ਇੰਜੀਨੀਅਰ ਆ, ਵਕੀਲ ਆ। ਉਹ ਹੁਣ ਉਹ ਵਾਲਾ ਕਿਸਾਨ ਨਹੀਂ ਜਿਹਨੂੰ ਕਿ ਤੁਸੀਂ ਚੁੱਪ ਕਰਾ ਲੋਗੇ। ਇਹ ਉਹ ਵਾਲਾ ਪੰਜਾਬੀ ਨਹੀਂ ਜਿਹੜਾ ਅਸਾਮ 'ਚ ਜਾ ਕੇ ਉੱਥੇ ਪਹਾੜਾਂ ਨੂੰ ਕੱਟ ਕੇ ਸ਼ੇਰਾਂ ਨਾਲ ਲੜ ਕੇ ਜ਼ਖਮੀ ਹੋ ਕੇ ਤੁਹਾਡੀਆਂ ਜ਼ਮੀਨਾਂ ਫਲੈਟ ਕਰੇਗਾ। ਗੁਜਰਾਤ ਦੇ ਰਨ ਆਫ ਕਸ਼ ਜਾ ਕੇ ਪੈਰ ਗਾਲ ਕੇ ਆਪਣੀਆਂ ਜ਼ਮੀਨਾਂ ਜਿਹੜੀਆਂ ਉੱਥੇ ਤੁਹਾਡੀਆਂ ਉਪਜਾਊ ਬਣਾਏਗਾ ਔਰ ਤੁਸੀਂ ਉਹਨੂੰ ਕੱਢ ਕੇ ਬਾਹਰ ਤੇ ਕਾਰਪੋਰੇਸ਼ਨ ਘਟਾਰਿਆਂ ਨੂੰ ਕਰੋੜਾਂ ਦੇ ਵਿੱਚ ਉਹ ਜ਼ਮੀਨਾਂ ਜਿਹੜੀਆਂ ਨੇ ਉਹ ਵੇਚ ਦੋਗੇ। ਉਹ ਪੰਜਾਬ ਦਾ ਕਿਸਾਨ ਬਹੁਤ ਧੱਕਾ ਖਾ ਚੁੱਕਿਆ। ਹੁਣ ਉਹਨੇ ਹੋਰ ਧੱਕਾ ਨਹੀਂ ਖਾਣਾ। ਸ਼ਾਇਦ ਇਸ ਚੀਜ਼ ਦੀ ਸਮਝ ਜਿਹੜੀ ਆ ਉਹ ਸਰਕਾਰਾਂ ਨੂੰ ਹੋਣੀ ਚਾਹੀਦੀ ਆ। ਬਹੁਤ ਧੱਕਾ ਕਰ ਚੁੱਕੇ ਹੋ, ਚਾਹੇ ਉਹ ਇਲੈਕਟ੍ਰਿਸਿਟੀ ਬਿਲਸ ਨੇ, ਚਾਹੇ ਉਹ ਖਾਦਾਂ ਦੇ ਬਿੱਲ ਸੀਗੇ, ਚਾਹੇ ਉਹ ਪਾਣੀਆਂ ਦੇ ਚੀਜ਼ਾਂ ਸੀਗੀਆਂ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੇਰ ਵੀ ਟੋਲਰੇਟ ਕਰ ਗਿਆ। ਮਗਰ ਸ਼ਾਇਦ ਉਹ ਕਲਚਰ ਜਿਹੜੀ ਆ ਕਿਤੇ ਨਾ ਕਿਤੇ ਉਹ ਸਰਕਾਰਾਂ ਨੇ ਬਿੱਲ ਬਣਾਉਣ ਲੱਗਿਆ ਨਹੀਂ ਵੇਖੀ ਕਿ ਪੰਜਾਬ ਦਾ ਕਿਸਾਨ ਇੱਕ ਬੰਨੇ ਪਿੱਛੇ ਕਤਲ ਕਰ ਸਕਦਾ, ਇੱਕ ਬੰਨੇ ਪਿੱਛੇ ਸਿਰ ਵੱਢ ਸਕਦਾ। ਮਗਰ ਮੈਂ ਸਲੂਟ ਕਰਦਾ ਉਹਨਾਂ ਸਾਰੇ ਕਿਸਾਨਾਂ ਨੂੰ ਜਿਨ੍ਹਾਂ ਨੇ ਇਹਨਾਂ ਬਾਵਜੂਦ ਵੀ ਉਹਨਾਂ ਨੇ ਸ਼ਾਂਤੀ ਬਣਾਈ ਰੱਖੀ ਆ। ਬਹੁਤ ਵਧੀਆ ਡੈਮੋਕ੍ਰੇਸੀ ਦਾ ਐਗਜ਼ਾਮਪਲ ਦਿੱਤਾ ਜਿੱਥੇ ਕਿ ਸਰਕਾਰਾਂ ਡੈਮੋਕ੍ਰੇਸੀ ਦੀ ਐਗਜ਼ਾਮਪਲ ਦੇਣ ਤੋਂ ਫੇਲ ਹੋ ਗਈਆਂ। ਫੈਡਰਲ ਸਿਸਟਮ ਜਿਹੜਾ ਆ ਉਹਦੇ ਉੱਤੇ ਇੱਕ ਸੈਂਟਰ ਗਵਰਨਮੈਂਟ ਨੇ ਬਿੱਲ ਪਾਸ ਕਰਕੇ ਇੱਕ ਚੈਲੰਜ ਕੀਤਾ ਆ ਸਟੇਟ ਗਵਰਨਮੈਂਟਸ ਦੇ ਹੱਕ ਨੂੰ। ਇਹ ਬਿੱਲ ਪਾਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਡੈਮੋਕ੍ਰੈਟਿਕ ਜਿਹੜੀਆਂ ਨੇ ਉਹਨਾਂ ਉੱਤੇ ਕੁਐਸਚਨ ਮਾਰਕ ਆਇਆ। ਹਰਿਆਣਾ ਗਵਰਨਮੈਂਟ ਨੇ ਜੋ ਕੀਤਾ, ਸੈਂਟਰ ਗਵਰਨਮੈਂਟ ਇਨਵਾਈਟ ਕਰ ਰਹੀ ਹੈ ਪ੍ਰੋਟੈਸਟ ਲਈ ਔਰ ਹਰਿਆਣਾ ਗਵਰਨਮੈਂਟ ਜਿਹੜੀ ਆ ਉਹ ਲਾਠੀਚਾਰਜ ਕਰ ਰਹੀ ਹੈ। ਇਹ ਡੈਮੋਕ੍ਰੇਸੀ ਦਾ ਮਜ਼ਾਕ ਹੈ। ਕਿਸਾਨਾਂ ਨੇ ਡੈਮੋਕ੍ਰੇਟ ਤਰੀਕੇ ਨਾਲ ਕੰਮ ਕੀਤਾ ਹੈ। ਕਿਸਾਨਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹ ਇਕੱਠੇ ਰਹਿਣ। ਉਹਨਾਂ ਨੇ ਪੰਜਾਬ ਦੇ ਵਿੱਚ ਕਿਸੇ ਦਾ ਬਲਬ, ਕਿਸੇ ਦੀ ਕੋਈ ਵੀ ਤਰ੍ਹਾਂ ਦੀ ਕੋਈ ਉਹਨਾਂ ਨੇ ਡੈਮੇਜ ਨਹੀਂ ਕੀਤਾ। 1 ਰੁਪਏ ਦਾ ਨੁਕਸਾਨ ਕਿਸਾਨਾਂ ਕਰਕੇ ਨਹੀਂ ਹੋਇਆ ਇੰਨੇ ਦਿਨਾਂ 'ਚ। ਜੇ ਕਿਸੇ ਨੇ ਡੈਮੋਕ੍ਰੇਸੀ ਨੂੰ ਚੈਲੰਜ ਕੀਤਾ ਆ ਉਹ ਪੰਜਾਬ ਗਵਰਨਮੈਂਟ ਹੈ, ਹਰਿਆਣਾ ਗਵਰਨਮੈਂਟ ਹੈ ਔਰ ਸੈਂਟਰ ਗਵਰਨਮੈਂਟ ਹੈ। ਕੀ ਅੱਜ ਮੈਂ ਉਹਨਾਂ ਨੂੰ ਕੁਐਸਚਨ ਪੁੱਛਣਾ ਚਾਹੁੰਦਾ ਜਿਹੜੇ ਕਿ ਇੱਕ ਸਹੀ ਹੱਕ ਨੂੰ ਵੀ ਆਪਣਾ ਪਰਸਨਲ ਏਜੰਡਾ ਬਣਾ ਕੇ ਆਪਣੇ ਲੀਡਰ ਨੂੰ ਪ੍ਰੋਟੈਕਟ ਕਰਨੇ ਦੇ, ਕੀ ਇਹ ਡੈਮੋਕ੍ਰੇਸੀ ਹੈ? ਕੀ ਇਹ ਡੈਮੋਕ੍ਰੇਸੀ ਹੈ ਕਿ ਤੁਸੀਂ ਨਜਾਇਜ਼ ਨੂੰ ਵੀ ਜਾਇਜ਼ ਬਣਾਓ ਕਿਉਂਕਿ ਜਿੰਨੇ ਫੈਸਲਾ ਲਿਆ ਆ ਉਹ ਸਾਡਾ ਲੀਡਰ ਹੈ? ਦੋਸਤੋ, ਇਹ ਟਾਈਮ ਬਹੁਤ ਮਾੜਾ ਜਾ ਰਿਹਾ। ਕਿੰਨੀ ਦੇਰ ਅਸੀਂ ਡੈਮੋਕ੍ਰੈਟਿਕ ਸਿਸਟਮ ਨੂੰ ਧੱਕੇ ਨਾਲ ਡੱਕ ਸਕਦੇ ਹਾਂ? ਕੁਛ ਕੌਮਾਂ ਡੱਕੀਆਂ ਜਾ ਸਕਦੀਆਂ ਨੇ ਪਰ ਜਿਨ੍ਹਾਂ ਦੇ ਨਾਲ ਤੁਸੀਂ, ਜਿਨ੍ਹਾਂ ਦੇ ਸੈਂਟੀਮੈਂਟਸ ਨੂੰ ਤੁਸੀਂ ਹਰਟ ਕਰ ਰਹੇ ਹੋ, ਜੈ ਜਵਾਨ ਜੈ ਕਿਸਾਨ ਬਣਾਉਣ ਵਾਲੇ ਉਹੋ ਹੀ ਨੇ। ਗ੍ਰੀਨ ਰੈਵੋਲੂਸ਼ਨ ਜਦੋਂ ਇੰਦਰਾ ਗਾਂਧੀ ਨੇ ਜਾ ਕੇ ਤਰਲੇ ਕੀਤੇ ਸੀਗੇ, ਕਣਕ ਜਿਹੜੀ ਸੀ ਉਹ ਅਮਰੀਕਾ ਤੋਂ ਆਉਂਦੀ ਸੀ, ਕਣਕ ਵੀ ਜਿਹੜੀ ਸੀਗੀ ਉਹ ਇੰਡੀਆ ਕੋ ਨਹੀਂ ਹੈਗੀ। ਉਸ ਟਾਈਮ ਪੰਜਾਬ ਦਾ ਕਿਸਾਨ ਹਲ ਚਲਾ ਕੇ ਉਹਨੇ ਗ੍ਰੀਨ ਰੈਵੋਲੂਸ਼ਨ ਲਿਆਂਦਾ। ਅਸਾਮ ਦੇ ਵਿੱਚ ਜਾ ਕੇ ਉਹਨੇ ਖੇਤੀ ਕੀਤੀ, ਗੁਜਰਾਤ 'ਚ ਜਾ ਕੇ ਉਹਨੇ ਖੇਤੀ ਕੀਤੀ, ਉਹਨਾਂ ਹਰ ਥਾਂ ਜਾ ਕੇ ਖੇਤੀ ਕੀਤੀ ਹੈ। ਤੁਸੀਂ ਉਸੇ ਹੀ ਕਿਸਾਨ ਨੂੰ ਜਿਹਦਾ ਕਿ ਅੱਧੇ ਬੱਚੇ ਉਹਦੇ ਜਿਹੜੇ ਆ ਫੌਜ 'ਚ ਨੇ, ਜਿਹੜੇ ਬਾਰਡਰ 'ਤੇ ਬੈਠੇ ਹੋਏ ਹੈ,
ਕਿੰਨਾ ਕੁ ਤੁਸੀਂ ਉਹਨਾਂ ਦੇ ਨਾਲ ਧੱਕਾ ਕਰ ਸਕਦੇ ਹੋ। ਇਹ ਬੜੀ ਸ਼ਰਮਨਾਕ ਚੀਜ਼ ਹੈ ਔਰ ਇਸ ਚੀਜ਼ ਨੂੰ ਸਿੱਖਾਂ ਦਾ ਇਸ਼ੂ, ਖਾਲਿਸਤਾਨ ਦਾ ਇਸ਼ੂ ਬਣਾਉਣਾ ਹੋਰ ਵੀ ਘਟੀਆ ਕੰਮ ਹੈ। ਔਰ ਇਸੇ ਕਰਕੇ ਅੱਜ ਦੇ ਦਿਨ 'ਚ ਮੀਡੀਆ ਉੱਤੇ ਲੋਕਾਂ ਨੂੰ ਵਿਸ਼ਵਾਸ ਉੱਠ ਗਿਆ, ਕਿਉਂਕਿ ਮੀਡੀਆ ਟੋਟਲੀ ਵਿਕਿਆ ਹੋਇਆ। ਮੀਡੀਆ ਉਹ ਗੱਲ ਕਰ ਰਿਹਾ ਹੈ ਜੋ ਪੈਸੇ ਦੇ ਕੇ ਕਰਵਾਈ ਜਾਂਦੀ ਹੈ। ਮਗਰ ਸ਼ਰਮਨਾਕ ਚੀਜ਼ ਇਹ ਹੈ ਕਿ ਡੈਮੋਕ੍ਰੇਸੀ ਦੀ ਸਭ ਤੋਂ ਵੱਡੀ ਸੰਸਥਾ ਦੇ ਵਿੱਚ ਹੀ ਇੱਕ ਪੀਸਫੁਲ ਪ੍ਰੋਟੈਸਟ ਕਰਨਾ ਅਲਾਉਡ ਨਹੀਂ ਹੈ। ਪੀਸਫੁਲ ਪ੍ਰੋਟੈਸਟ ਨੂੰ ਡੱਕਿਆ ਜਾ ਰਿਹਾ, ਉਹਨੂੰ ਡੀਰੇਲ ਕੀਤਾ ਜਾ ਰਿਹਾ, ਉਹਨੂੰ ਵੱਡੇ ਪ੍ਰੈਸ ਰਿਪੋਰਟਰ ਭੇਜ ਕੇ ਐਸੀ ਰੰਗ ਦਿੱਤੇ ਜਾ ਰਹੇ ਨੇ ਕਿ ਜਿਹੜੇ ਆਉਣ ਵਾਲੇ ਟਾਈਮ 'ਚ ਨੁਕਸਾਨਦਾਇਕ ਹੋ ਸਕਦੇ ਨੇ। ਮੈਂ ਇੱਥੇ ਹੀ ਆਪਣੇ ਨਾਲ ਦੇ ਸਾਥੀ ਜਗਤਾਰ ਨਿੱਜਰ ਜੀ ਨੂੰ ਫੇਰ ਕੁਐਸਚਨ ਕਰਦਾ। ਜਗਤਾਰ ਜੀ, ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਕੀ ਬੜਾ ਬਾਹਰ NRI ਮੀਡੀਆ ਹੈ ਕਿ ਉਹ ਇਸ ਚੀਜ਼ ਨੂੰ ਸਹੀ ਤਰ੍ਹਾਂ ਨਾਲ ਲੋਕਾਂ ਨੂੰ ਪਹੁੰਚਾ ਰਿਹਾ ਤਾਂ ਕਿ ਅਸੀਂ ਸਾਰੇ ਸੋਸ਼ਲ ਮੀਡੀਆ ਤੋਂ ਪਿੰਡਾਂ ਤੱਕ ਇਹ ਚੀਜ਼ ਪਹੁੰਚਾਈਏ ਕਿ ਸਾਨੂੰ ਤੁਹਾਡੀ ਸਮਝ ਆ ਰਹੀ ਆ, ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ, ਤੁਸੀਂ ਪੀਸਫੁਲ ਤਰੀਕੇ ਨਾਲ ਆਪਣੀਆਂ ਮੰਗਾਂ ਦੀ ਮੰਗ ਕਰੋ, ਅਸੀਂ ਤੁਹਾਡੇ ਨਾਲ ਹਾਂ। ਜਗਤਾਰ ਜੀ ਜੀ, ਜੋ ਮੀਡੀਆ ਤੋਂ ਬਾਤ ਕਰ ਰਹੇ ਹੈਗੇ ਆ ਦੁਨੀਆ ਭਰ ਦੇ ਵਿੱਚ 99% ਮੀਡੀਆ ਜਿਹੜਾ ਨਾ ਜੀ ਫਾਰਮਰਾਂ ਦੀ ਸਪੋਰਟ ਕਰ ਰਿਹਾ ਵਾ। 2-4 ਜਿਹੜੇ ਭਗਤ ਦੁਨੀਆ 'ਚ ਹਰ ਥਾਂ ਬੈਠੇ ਹੁੰਦੇ ਆ ਜੀ, ਉਹ ਜ਼ਰੂਰ ਇਹਨੂੰ ਡਿਫਰੈਂਟ ਤਰੀਕੇ ਨਾਲ ਲੈ ਰਹੇ ਹੈਗੇ ਆ। ਤੁਹਾਨੂੰ ਵੀ ਪਤਾ, ਆਪਾਂ ਨਾਮ ਨਹੀਂ ਕਿਸੇ ਦਾ ਲੈਣਾ, ਤੇ ਪਰ ਮੈਜੋਰਟੀ ਮੀਡੀਆ ਜਿਹੜਾ ਹੈਗਾ ਨਾ ਜੀ ਉਹ ਸਪੋਰਟ ਕਰ ਰਿਹਾ। ਭਲਾ ਇੰਟਰਨੈਸ਼ਨਲ ਮੀਡੀਆ ਵੀ ਹੈਗਾ, ਉਹ ਵੀ ਇਸ ਚੀਜ਼ ਦੀ ਸਪੋਰਟ ਕਰਦਾ ਕਿ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਡੈਮੋਕ੍ਰੈਟਿਕ ਲੋਕਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦੇ ਉੱਪਰ ਵੀ ਜੋ ਉਹਨਾਂ ਦੇ ਹਾਲਾਤ ਬਣਾਏ ਗਏ ਹੈਗੇ ਆ, ਇਟਸ ਸ਼ੇਮਫੁਲ, ਇਟਸ ਵੈਰੀ ਸ਼ੇਮਫੁਲ। ਤੇ ਜਿੱਦਾਂ ਮੈਂ ਦੱਸਿਆ ਵੀ ਜਿਹੜੇ ਬੰਦੇ ਤੇ ਵਾਲੇ ਭਗਤ ਹੈਗੇ ਆ ਨਾ ਜੀ, ਉਹਨਾਂ ਨੂੰ ਕਦੇ ਗੌਰਮੈਂਟ ਦੇ ਵਿੱਚ ਕੋਈ ਬੁਰਾਈ ਨਹੀਂ ਦਿਸਦੀਗੀ। ਉਹਨਾਂ ਨੂੰ ਕਦੇ ਨਹੀਂ ਦਿਸਦਾ ਵੀ ਗੌਰਮੈਂਟ ਨੇ ਤੁਹਾਡਾ ਜੋ ਸਰਕਾਰੀ ਪੈਸੇ ਨਾਲ ਚੀਜ਼ਾਂ ਬਣੀਆਂ ਸੀ, ਭਲਾ ਰੇਲਵੇ ਸੀ, ਏਅਰਪੋਰਟ ਸੀ, ਜੋ ਵੀ ਸੀ, ਉਹ ਵੇਚ ਦਿੱਤਾ। RBI ਕੰਗਾਲ ਕਰ ਦਿੱਤੀ ਹੈਗੀ ਹੈ। ਫਿਰ ਵੀ ਗੌਰਮੈਂਟ ਬੈਂਕਰਪਟ ਬੈਠੇ, ਮਤਲਬ ਕਿ ਸਰਕਾਰ ਕੋਲ ਫਿਰ ਵੀ ਪੈਸਾ ਹੈ ਨਹੀਂਗਾ। ਜੇ ਇਦੋਂ ਨਲਾਇਕ ਪ੍ਰਧਾਨ ਮੰਤਰੀ ਦੀ ਹੋਰ ਲੋੜ ਕੀ ਹੈਗੀ ਹੈ, ਜਿਹੜਾ ਸਭ ਕੁਝ ਵੇਚ ਵਟ ਕੇ ਫਿਰ ਵੀ ਆਖੇ ਜੀ ਕੋਲੇ ਕੱਖ ਨਹੀਂ, ਤੇ ਕਿਹੜੀ ਨੀਤੀ ਲਈ ਬੈਠੇ ਹੈਗੇ ਆ ਉਹ। ਇਸ ਕਰਕੇ ਬਾਹਰਲੇ ਮੀਡੀਆ ਵਾਲੇ ਸਾਰੇ ਸਪੋਰਟ ਕਰ ਰਹੇ ਹੈਗੇ ਆ। ਤੁਸੀਂ ਵੀ ਦੇਖਣਾ ਅੱਜ ਭਲਾ ਆਸਟ੍ਰੇਲੀਆ, ਅਮਰੀਕਾ ਵਿੱਚ ਵੀ, ਆਪਣੇ ਕੈਨੇਡਾ ਵਿੱਚ, ਲੋਕਲ ਬਰੈਂਪਟਨ ਵਿੱਚ ਵੀ ਅੱਜ ਲੋਕੀ ਫਾਰਮਰ ਦੀ ਸਪੋਰਟ ਦੇ ਵਿੱਚ ਖੜੇ ਹੈਗੇ ਬੈਨਰ ਲੈ ਕੇ, ਤੇ ਸਾਰੇ ਸਪੋਰਟ ਕਰ ਰਹੇ ਹੈਗੇ ਆ। ਬਾਕੀ ਦਿੱਲੀ ਦੇ ਲੋਕ ਵੀ ਜੋ ਸੁਣਨ ਵਿੱਚ ਆਇਆ ਹੈਗਾ ਕਿ ਉਹ ਦਿੱਲੀ ਦੀ ਆਮ ਆਵਾਮ ਹੈਗੀ ਹੈ, ਉਹ ਵੀ ਫਾਰਮਰਾਂ ਦੇ ਨਾਲ ਖੜੀ ਹੈਗੀ ਇਸ ਗੱਲ ਦੇ ਵਿੱਚ। ਜਿਹੜੀ ਮੈਨੂੰ ਸਿਰਫ ਇੱਕੋ ਚੀਜ਼ ਮੈਂ ਸਵੇਰ ਤੋਂ ਸੋਚ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਹੋਵੇ ਜਾਂ ਗ੍ਰਹਿ ਮੰਤਰੀ ਹੋਵੇ ਜਾਂ ਡਿਫੈਂਸ ਮਿਨਿਸਟਰ ਹੋਵੇ, ਇਹਨਾਂ ਦਾ ਕਿਹੜਾ MMS ਵੀਡੀਓ ਲੀਕ ਹੋਇਆ ਜਿਹੜਾ ਕਿ ਉਹਨਾਂ ਬੰਦਿਆਂ ਕੋਲੇ ਆ ਜਿਹੜੇ ਇਹਨਾਂ ਦਾ ਬਟਨ ਨੱਪ ਰਹੇ ਹੈਗੇ ਇਹਨਾਂ ਦੇ। ਚਲੋ, ਨਹੀਂ ਤਾਂ ਆਮ ਬੰਦਾ ਪਬਲਿਕ ਸੁਣਦੀ ਹੈਗੀ ਵੀਰ, ਉਹਨਾਂ ਦੀ ਕਿਹੜੀ ਕਮਜ਼ੋਰੀ ਹੈ ਜਿਹੜੀ ਉਹਨਾਂ ਦਾ ਫਾਈ ਵੀ ਹੈ, ਜਿਹੜੀ ਕਿ ਉਹ ਇਹਨਾਂ ਨੂੰ ਇੰਨਾ ਨਚਾ ਰਹੀ ਹੈ ਕਿ ਉਹਨਾਂ ਨੂੰ ਲੱਖਾਂ ਕਰੋੜਾਂ ਲੋਕਾਂ ਦਾ ਸਮਝ ਨਹੀਂ ਆ ਰਹੀ ਵੀ ਜਿਹੜੀ ਡਿਮਾਂਡ ਕੀ ਕਰ ਰਹੇ ਹੈ। ਸਿਰਫ 2-4 ਘਰਾਣਿਆਂ ਨੂੰ ਛੱਡ ਕੇ ਬਾਕੀ ਸਾਰੇ ਬਲਾਈਂਡ ਹੋਏ ਬੈਠੇ ਆ ਇਹ। ਠੀਕ ਹੈ ਜਗਤਾਰ ਜੀ, ਮੈਂ ਤਾਂ ਨਾ ਫਿਰ ਜੁੜਦਾ। ਠੀਕ ਹੈ, ਥੈਂਕ ਯੂ। ਵੇਖੋ, ਕੁਐਸਚਨ ਇਹ ਹੈ ਕਿ ਦਿੱਲੀ ਗੈਂਗ ਰੇਪ ਹੋਇਆ, ਉਦੋਂ ਬਹੁਤ ਵੱਡੇ ਪ੍ਰੋਟੈਸਟ ਹੋਏ ਨੇ। ਠੀਕ ਹੈ, ਉਦੋਂ ਸੇਮ ਮੀਡੀਆ ਜਿਹੜਾ ਆ ਉਹ ਐਪਰੀਸ਼ੀਏਟ ਕਰਦਾ ਆ ਪ੍ਰੋਟੈਸਟਰ ਨੂੰ ਕਿ ਬਈ ਇਹ ਪ੍ਰੋਟੈਸਟਰ ਜਿਹੜੇ ਆ ਇਹ ਜਾਗਰੂਕ ਕਰ ਰਹੇ ਨੇ ਲੋਕਾਂ ਨੂੰ, ਇਹ ਅਵੇਅਰਨੈਸ ਕਰ ਰਹੇ ਨੇ। ਦੁਨੀਆ ਦੇ ਵਿੱਚ ਜਿਹੜੇ ਆ ਇੱਕ ਪ੍ਰੋਟੈਸਟਰ ਨੂੰ ਕਦੀ ਨੈਗੇਟਿਵ, ਉਹਨੂੰ ਕਦੀ ਟੈਰਰਿਸਟ ਜਾਂ ਉਹਨਾਂ ਨੂੰ ਕਦੀ ਐਂਟੀ ਨੈਸ਼ਨਲ ਨਹੀਂ ਜਿਹੜਾ ਆ ਲੇਬਲ ਕੀਤਾ ਜਾਂਦਾ। ਇਹ ਪਹਿਲੀ ਵਾਰ ਸ਼ਾਇਦ ਡੈਮੋਕ੍ਰੈਟਿਕ ਹਿਸਟਰੀ ਦੇ ਵਿੱਚ ਹੋ ਰਿਹਾ ਕਿ ਜਿੱਥੇ ਇੱਕ ਪੀਸਫੁਲ ਪ੍ਰੋਟੈਸਟਰ ਨੂੰ ਨੈਗੇਟਿਵ ਇਮੇਜ ਜਿਹੜੀ ਆ ਦਿੱਤੀ ਜਾ ਰਹੀ ਆ, ਉਹਨੂੰ ਇੱਕ ਐਂਟੀ ਨੈਸ਼ਨਲ। ਕੋਈ ਵੀ ਅਗਰ ਆਪਣੀ ਮੰਗ ਕਰ ਰਿਹਾ, ਜੈਨੂਅਨ ਮੰਗ ਕਰ ਰਿਹਾ, ਆਵਾਜ਼ ਚੁੱਕ ਰਿਹਾ ਆ, ਉਹਨੂੰ ਇੱਕ ਐਂਟੀ ਨੈਸ਼ਨਲ, ਹਰ ਚੀਜ਼ ਐਂਟੀ ਨੈਸ਼ਨਲ ਬਣਾ ਕੇ ਉਹਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚੀਜ਼ ਜਿਹੜੀ ਹੈ ਕਿਉਂ ਇੰਨਾ ਵੱਡਾ ਮੀਡੀਆ ਦੇ ਵਿੱਚ ਚੇਂਜ ਆ ਗਈ ਹੈ ਕਿ ਜਿੱਥੇ ਤੇ ਮੰਡਲ ਕਮਿਸ਼ਨ ਦੇ ਟਾਈਮ ਪ੍ਰੋਟੈਸਟ ਹੁੰਦੇ ਆ, ਅੰਨਾ ਹਜ਼ਾਰੇ ਦੇ ਪ੍ਰੋਟੈਸਟ ਹੁੰਦੇ ਨੇ, ਦਿੱਲੀ ਗੈਂਗ ਰੇਪ ਦੇ ਪ੍ਰੋਟੈਸਟ ਹੁੰਦੇ ਨੇ, ਉਹ ਤੇ ਅਲਾਉਡ ਨੇ। ਤੇ ਇੱਕ ਕਿਸਾਨ ਆਪਣੀ ਜ਼ਮੀਨ ਬਚਾਉਣ ਵਾਸਤੇ ਇੱਕ ਬਿੱਲ ਦੇ ਅਗੇਂਸਟ ਪ੍ਰੋਟੈਸਟ ਕਰ ਰਿਹਾ, ਇੱਕ MSP ਦੀ ਮੰਗ ਕਰ ਰਿਹਾ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ। ਉਹ ਕੀ ਜਵਾਬ ਦੇਵੇਗਾ ਉਹਦੇ ਬਾਰੇ ਗੱਲ ਕਰ ਰਿਹਾ ਹੈ ਕਿ ਜਿੱਥੇ ਉਹ ਇਹ ਨਹੀਂ ਚਾਹੁੰਦਾ ਕਿ ਉਹਦੇ ਆਉਣ ਵਾਲੇ ਬੱਚੇ ਕਹਿਣ ਕਿ ਸਾਡੇ ਕੋਲ ਕੋਈ ਕਿੱਲਾ ਪੈਲੀ ਨਹੀਂ, ਅਸੀਂ ਜੱਟ ਕਾਹਦੇ ਹਾਂ, ਅਸੀਂ ਕਿਸਾਨ ਕਾਹਦੇ ਹਾਂ, ਕਿ ਜਿਹਦੀ
ਇਹੀ ਫਰਕ ਇੱਕ ਜੱਟ ਤੇ ਇੱਕ ਦੁਕਾਨਦਾਰ ਸੀਗਾ ਕਿ ਜੱਟ ਆਪਣੀ ਮਾਣ ਨਾਲ, ਚਾਹੇ ਉਹਦੇ 2 ਕਿੱਲੇ ਸੀਗੇ, ਉੱਥੇ ਹਲ ਚੁੱਕ ਕੇ ਆਪਣੇ ਮੋਢੇ ਤੇ ਕਈ ਚੁੱਕ ਕੇ ਉਹ ਟੌਰ ਨਾਲ ਫਿਰਦਾ, ਉਹਦੀ ਉਹ ਇੱਕ ਰਿਆਸਤ ਹੈ। ਉਹ ਰਿਆਸਤ ਜਿਹੜੀ ਆ ਉਹਦੇ ਉੱਤੇ ਜਦੋਂ ਹਮਲਾ ਕੀਤਾ ਜਾ ਰਿਹਾ, ਉਹਨੂੰ ਖਤਰਾ ਪੈਦਾ ਹੋ ਰਿਹਾ। ਉਹਦਾ ਖਤਰਾ ਉਹ ਕਿਸਾਨ ਸਾਰੇ ਜਿਹੜੇ ਆ ਉਹ ਆਪਣਾ ਇੱਕ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਇੱਕ ਪ੍ਰੋਟੈਸਟ ਕਰ ਰਹੇ ਨੇ। ਮਗਰ ਅਫਸੋਸ ਇਹ ਹੈ ਕਿ ਇਹ ਪ੍ਰੋਟੈਸਟ ਜਿਹੜਾ ਆ ਇਹਨੂੰ ਬੜੀ ਤਰ੍ਹਾਂ ਨਾਲ ਰੰਗ ਦੇ ਕੇ, ਬਹੁਤ ਤਰੀਕੇ ਦੇ ਨਾਲ ਇਹਨੂੰ ਰਿਲੀਜੀਅਸ ਐਂਗਲ ਦੇ ਕੇ ਇਵੇਂ ਬਣਾਇਆ ਜਾ ਰਿਹਾ ਕਿ ਸ਼ਾਇਦ ਇਹ ਸਿਰਫ ਇੱਕ ਕੌਮ ਦਾ, ਸ਼ਾਇਦ ਸਿਰਫ ਇੱਕ ਸਟੇਟ ਦਾ। ਦੋਸਤੋ, ਇਹ ਇਸ ਵੇਲੇ ਪ੍ਰੋਟੈਸਟ ਪੰਜਾਬ ਦਾ ਨਹੀਂ, ਸਾਰੀ ਇੰਡੀਆ ਦੇ ਕਿਸਾਨਾਂ ਦਾ ਹੈ, ਚਾਹੇ ਉਹ ਕਰਨਾਟਕਾ ਦੇ ਨੇ, ਚਾਹੇ ਉਹ ਯੂਪੀ ਦੇ ਨੇ, ਔਰ ਚਾਹੇ ਉਹ ਹਰਿਆਣੇ ਦੇ ਨੇ। ਇਸ ਕਰਕੇ ਕਿਉਂਕਿ ਇਹ ਹਰ ਉਸ ਕਿਸਾਨ ਨੂੰ ਤਕਲੀਫ ਦਿੰਦਾ ਹੈ ਜਿਹਦੀ ਜ਼ਮੀਨ ਦੇ ਉੱਤੇ ਇਹ ਖਤਰਾ ਆ, ਜਿਹੜਾ ਛੋਟਾ ਕਿਸਾਨ ਹੈ, ਜਿਹੜਾ ਧਨਾੜ ਨਹੀਂ ਹੈ। ਇਸ ਕਰਕੇ ਇਹ ਪ੍ਰੋਟੈਸਟ ਜਿਹੜਾ ਇਹ ਕਾਮਯਾਬੀ ਹੈ, ਔਰ ਇਹ ਪ੍ਰੋਟੈਸਟ ਜਿਹੜਾ ਆ ਇਹ ਸਰਕਾਰ ਨੂੰ ਮਜਬੂਰ ਕਰ ਰਿਹਾ ਹੈ ਕਿ ਉਹ ਗੱਲ ਕਰਨ। ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਇਸ ਪ੍ਰੋਟੈਸਟ ਨੂੰ ਫੇਲ ਕੀਤਾ ਜਾਏ, ਮਗਰ ਅਸੀਂ ਸਲਾਮ ਕਰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਸਾਰੇ ਇਸ ਪ੍ਰੋਟੈਸਟ ਗਏ ਨੇ, ਘਰ-ਬਾਰ ਛੱਡ ਕੇ ਠੰਡ 'ਚ ਬੈਠੇ ਨੇ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਆ ਉਹ ਪ੍ਰੋਟੈਸਟ ਜਾਰੀ ਰੱਖਿਆ। ਤੁਹਾਡੇ 'ਚੋਂ ਬਹੁਤ ਸਾਰੇ ਐਸੇ ਕਾਲਰਸ ਨੇ ਜਿਹੜੇ ਕਾਲ ਕਰਨਾ ਚਾਹੁੰਦੇ ਨੇ। ਮੈਂ ਸਟੂਡੀਓ ਦਾ ਨੰਬਰ ਦੁਬਾਰਾ ਦਿੰਦਾ, 4166201778। ਤੁਸੀਂ ਉਹ ਸਟੂਡੀਓ ਦੇ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ, ਉਹ ਤੁਹਾਨੂੰ ਅਸੀਂ ਆਨਲਾਈਨ ਲੈ ਸਕਦੇ ਹਾਂ। 4166201778 ਦੇ ਉੱਤੇ ਪਲੀਜ਼ ਕਾਲ ਕਰਕੇ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਸਾਂਝੇ ਕਰ ਸਕਦੇ ਹੋ। ਔਰ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਕਿ ਰੇਡੀਓ ਜ਼ਿੰਦਾਬਾਦ ਦੇ ਨਾਲ ਜੁੜੇ ਹੋਏ ਹੋ, ਜਿਹੜੇ ਕਿ ਕਿਸਾਨਾਂ ਦੀ ਆਵਾਜ਼ ਜਿਹੜੀ ਆ ਸਾਰੀ ਦੁਨੀਆ 'ਚ ਪਹੁੰਚਾ ਰਹੇ ਹੋ। ਅੱਜ ਇਸ ਕਰਕੇ ਕਿ ਕਿਸਾਨ ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਸਾਨ ਜਿਹੜਾ ਆ ਉਹ ਡੈਮੋਕ੍ਰੇਸੀ ਨੂੰ ਫੋਲੋ ਕਰ ਰਿਹਾ, ਮਗਰ ਕੁਝ ਸਰਕਾਰਾਂ ਜਿਹੜੀਆਂ ਨੇ ਉਹ ਡੈਮੋਕ੍ਰੇਸੀ ਨੂੰ ਫੋਲੋ ਨਹੀਂ ਕਰ ਰਹੀਆਂ। ਵਾਇਲੈਂਸ ਕਿਸਾਨ ਨਹੀਂ ਕਰ ਰਿਹਾ, ਸਰਕਾਰਾਂ ਵਾਇਲੈਂਸ ਕਰ ਰਹੀਆਂ ਨੇ। ਇਸੇ ਚੀਜ਼ ਦਾ ਜਿਹੜਾ ਧੱਕਾ ਹੋ ਰਿਹਾ ਉਹਦੇ ਬਾਰੇ ਇੱਥੇ ਗੱਲਬਾਤ ਕੀਤੀ ਜਾ ਰਹੀ ਹੈ। ਮੈਂ ਜਗਤਾਰ ਜੀ ਤੁਹਾਨੂੰ ਇੱਕ ਲਾਸਟ ਕੁਐਸਚਨ ਪੁੱਛਦਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹ ਜਿਹੜਾ 3 ਦਸੰਬਰ ਨੂੰ ਮੀਟਿੰਗ ਹੈ ਉਹਦੇ ਵਿੱਚ ਕਿਸਾਨਾਂ ਨੂੰ ਕੋਈ ਵੀ ਕਾਮਯਾਬੀ ਜਿਹੜੀ ਆ ਹਾਸਲ ਹੁੰਦੀ ਨਜ਼ਰ ਆ ਰਹੀ ਹੈ? ਹਾਂਜੀ ਜਗਤਾਰ ਜੀ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ ਨਰਿੰਦਰ ਜੀ, ਹੈਲੋ ਹੈਲੋ, ਹਾਂਜੀ ਜਗਤਾਰ, ਹਾਂਜੀ ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਸਵਾਗਤ ਹੈ ਜੀ। ਹਾਂਜੀ ਕਰਨਲ ਸਾਹਿਬ, ਮੈਂ ਨਰਿੰਦਰ ਸੈਣੀ ਬੋਲ ਰਿਹਾ। ਹਾਂਜੀ ਨਰਿੰਦਰ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਬਹੁਤ ਗੱਲਾਂ ਤਾਂ ਸਾਰੀਆਂ ਕਹਿ ਦਿੱਤੀਆਂ, ਦੱਸ ਦਿੱਤੀਆਂ, ਪਰ ਮੈਂ ਐਮ ਆਈ ਔਨ 에ਅਰ? ਹਾਂਜੀ ਹਾਂਜੀ ਬਿਲਕੁਲ ਜੀ, ਤੁਸੀਂ ਆਉਂਦੇ ਰਹੋ। ਓਕੇ, ਸੋ ਇਹ ਮੈਂ ਇੱਦਾਂ ਸਮਝਦਾ ਕਿ ਹਿੰਦੁਸਤਾਨ ਦੇ ਵਾਸਤੇ ਜਿਹੜਾ ਇਹ ਮੋਦੀ ਸਾਡਾ ਪ੍ਰਾਈਮ ਮਿਨਿਸਟਰ ਬਣਿਆ, ਇਹ ਸਾਡੇ ਵਾਸਤੇ ਸਾਡੇ ਤੇ ਬਹੁਤ ਬੜਾ ਸ਼ਰਾਪ ਹੈ। ਇਹ ਸ਼ਰਾਪ ਭੁਗਤ ਰਹੀ ਹੈ ਹਿੰਦੁਸਤਾਨ ਦੀ ਜਨਤਾ। ਇਹ ਬੰਦਾ ਕੋਈ ਇਦਾਂ ਦੀ ਇਹਦੀ ਕੁਆਲੀਫਿਕੇਸ਼ਨ ਨਹੀਂ ਹੈ ਜਿਹੜਾ ਡਿਜ਼ਰਵ ਕਰਦਾ ਸੀ। ਸਰਕਮਸਟਾਂਸਿਸ ਨੇ ਅਟਲ ਬਿਹਾਰੀ ਵਾਜਪਾਈ ਦੀ ਚੱਕ ਕੇ ਉਹਨੂੰ ਸਿੱਧਾ ਚੀਫ ਮਿਨਿਸਟਰ ਬਣਾ ਦਿੱਤਾ, ਉਹਦੇ ਬਾਅਦ ਸਿੱਧਾ ਹੀ ਪ੍ਰਾਈਮ ਮਿਨਿਸਟਰ ਬਣ ਗਿਆ। ਜਿਹੜਾ ਮੈਂ ਚਾਹ ਵੇਚਦਾ ਸੀ, ਮੈਂ ਗਰੀਬ ਸੀ, ਮੈਂ ਫਲਾਨਾ ਸੀ, ਉਹ ਇੱਕ ਡਰਾਮੇ ਸਾਰੇ ਹੈ। ਮੈਂ ਚੌਕੀਦਾਰ ਹੈ, ਮੈਂ ਹੈਡ ਚੌਕੀਦਾਰ, ਮੁੱਖ ਚੌਕੀਦਾਰ, ਇਹ ਸਭ ਡਰਾਮੇ ਹੈ। ਜਿਹੜੀ ਤੁਸੀਂ ਸਟਰਗਲ ਬਾਰੇ ਇਸ ਵੇਲੇ ਗੱਲ ਕਰਦੇ ਆ, ਇਹ ਫਾਰਮਰਸ ਦਾ ਸਟਰਗਲ ਹੈ। ਮੇਰੀ ਸਿਰਫ ਇੰਨੀ ਬੇਨਤੀ ਹੈ, ਔਰ ਜਿੰਨੇ ਵੀ ਸੁਣਨ ਵਾਲੇ ਜਾਂ ਸਮਝਾਉਣ ਵਾਲੇ ਬੰਦੇ ਹੈਗੇ ਆ, ਕਿ ਇਹਨਾਂ ਗੌਰਮੈਂਟ ਦਾ ਮਕਸਦ, ਬੀਜੇਪੀ ਗੌਰਮੈਂਟ ਦਾ ਮਕਸਦ ਇਹ ਸੀਗਾ ਕਿ ਫੁੱਟ ਪਾ ਕੇ ਆਪਸ ਵਿੱਚ ਹਿੰਦੂ ਸਿੱਖ ਕਰਕੇ ਪੰਜਾਬ ਦੇ ਵਿੱਚ ਗੜਬੜੀ ਮਚਾਈ ਜਾਵੇ ਔਰ ਇਹਨਾਂ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਫਾਰਮਰਸ ਦੀ ਯੂਨਿਟੀ ਨੇ ਪ੍ਰੂਵ ਕਰ ਦਿੱਤਾ ਕਿ ਉਹ ਇਹ ਸਾਰਾ ਚਾਲਾਂ ਸਮਝਦੇ ਆ ਔਰ ਉਹ ਸਿੱਖ ਗਏ ਆ। ਅੱਜ ਦੀ ਡੇਟ ਦੇ ਵਿੱਚ ਸਿਰਫ ਪੰਜਾਬ ਦੇ ਸਾਰੇ ਕਿਸਾਨ ਨਹੀਂ, ਹਿੰਦੂ ਸਿੱਖ ਮੁਸਲਮਾਨ ਸਭ, ਹਰਿਆਣੇ ਦੇ ਫਾਰਮਰਾਂ ਦੀ 31 ਜਿਹੜੀਆਂ ਪੰਚਾਇਤਾਂ ਹੈਗੀਆਂ ਉਹਨਾਂ ਨੇ ਸਪੋਰਟ ਕਰ ਦਿੱਤੀ ਆ। ਯੂਪੀ ਦੇ ਆਉਣਾ ਸ਼ੁਰੂ ਹੋ ਗਏ ਆ, ਮਹਾਰਾਸ਼ਟਰ ਤੋਂ ਆਉਣੇ ਸ਼ੁਰੂ ਹੋ ਗਏ, ਸਭ ਪਾਸੇ ਤੋਂ ਆਉਣੇ ਸ਼ੁਰੂ ਹੋ ਗਏ। ਇਹ ਇੱਕ ਬਹੁਤ ਬੜੀ ਐਜੀਟੇਸ਼ਨ, ਫਾਰਮਰਸ ਐਜੀਟੇਸ਼ਨ ਨਹੀਂ, ਪੀਪਲ ਐਜੀਟੇਸ਼ਨ ਬਣਦੀ ਜਾ ਰਹੀ ਆ। ਲੇਕਿਨ ਮੇਰੀ ਰਿਕੁਐਸਟ, ਮੇਰੀ ਇਹੀ ਬੇਨਤੀ ਆ ਕਿ ਨੰਬਰ 1, ਇੱਕ ਤਾਂ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਫਾਰਮਰ, ਇਹਨਾਂ ਦੇ ਜਿਹੜੇ ਫਾਰਮਰਸ ਦੇ ਲੀਡਰਸ ਹੈਗੇ ਆ, ਉਹਨਾਂ ਦੇ ਹਿਸਾਬ ਨਾਲ ਇਹ ਸਾਰੇ ਚੱਲਣ।
ਦੂਜਾ ਮੀਡੀਆ ਦੇ ਨਾਲ ਜਿਹੜੇ ਵੀ ਸਾਡੇ ਬੰਦੇ ਫਾਰਮਰ ਗੱਲ ਕਰਦੇ ਆ ਬੜਾ ਸੋਚ ਸਮਝ ਕੇ ਕਰਨ, ਕਿਉਂਕਿ ਉਹਨਾਂ ਦਾ ਕੰਮ ਹੈ ਸ਼ਰਾਰਤ ਕੋਈ ਕਰਵਾਣੀ ਔਰ ਉਲਟਾ ਬਿਆਨ ਨੂੰ ਕੱਟਣਾ ਕਰਵਾਉਣਾ। ਕਿਸੇ ਵੀ ਤਰੀਕੇ ਨਾਲ ਰਿਲੀਜੀਅਸ ਸਲੋਗਨਸ ਨਹੀਂ ਲੱਗਣੇ ਚਾਹੀਦੇ ਉੱਥੇ, ਕਿਉਂਕਿ ਇੱਕ ਧਰਮਦਾਰੀਆਂ ਹੈ, ਇਹ ਸਭ ਕਿਸਾਨਾਂ ਦਾ ਆ, ਸਾਰੇ ਲੋਕਾਂ ਦਾ ਐਜੂਟੇਸ਼ਨ ਹੈਗੀ ਆ। ਤੇ ਇਹ ਇੱਕ ਬੜੀ ਲੰਬਾ ਸਟਰਗਲ ਹੈਗਾ, ਇਸ ਕਰਕੇ ਇਹਦੇ ਬਾਅਦ ਬੜੀ ਸ਼ਾਂਤੀ ਨਾਲ ਚੱਲਣਾ ਪਊਗਾ ਔਰ ਬਹੁਤ ਕੇਅਰਫੁਲੀ ਚੱਲਣਾ ਪਊਗਾ ਤਾਂ ਕਿ ਇਹ ਬਦਨਾਮ ਕਰਨ ਦੇ ਵਿੱਚ ਕਾਮਯਾਬ ਨਾ ਹੋ ਜਾਣ ਔਰ ਇਹਨਾਂ ਦੀ ਚਾਲਾਂ ਤੋਂ ਸਮਝ ਕੇ ਚੱਲਣਾ ਚਾਹੀਦਾ। ਠੀਕ ਹੈ, ਥੈਂਕ ਯੂ ਨਰਿੰਦਰ ਜੀ। ਸਾਰੇ ਲੋਕ ਸਭ ਹੈਗੇ ਆ, ਉਹਨਾਂ ਦੇ ਨਾਲ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸਾਡੇ ਨਾਲ ਹੋਰ ਵੀ ਕਾਲਰ ਜਿਹੜੇ ਆ ਜੁੜ ਚੁੱਕੇ ਆ। ਹਾਂਜੀ, ਤੁਹਾਡਾ ਔਨ 에ਅਰ ਬਹੁਤ ਬਹੁਤ ਸਵਾਗਤ ਹੈ ਜੀ ਰੇਡੀਓ ਜ਼ਿੰਦਾਬਾਦ ਤੇ। ਹਾਂ ਜੀ, ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਮੱਖਣ ਬਰਾੜ ਬੋਲਦਾ ਜੀ। ਹਾਂਜੀ ਮੱਖਣ ਬਰਾੜ ਜੀ, ਸਤਿ ਸ਼੍ਰੀ ਅਕਾਲ। ਹਾਂ, ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਜਿਹੜਾ ਸੰਘਰਸ਼ ਹੈ ਜੀ, ਬੜੇ ਵਧੀਆ ਸਿੱਧੇ ਰਾਹ ਤੇ ਜਾ ਰਿਹਾ। ਜਿਹੜਾ ਇੰਨਾ ਚਿਰ ਚੱਲਿਆ ਉਹ ਕਦੇ ਫੇਲ ਨਹੀਂ ਹੁੰਦਾ ਤੇ ਇਸ ਵਾਸਤੇ ਕੋਈ ਡਰਨ ਦੀ ਲੋੜ ਨਹੀਂ ਗੀ। ਹੁਣ ਜਿਹੜਾ ਕੰਮ ਉਹ ਤਕਰੀਬਨ 9 ਤੇ ਆ ਗਿਆ ਔਰ ਸਾਰੇ ਜਿੰਨੇ ਇਹਦੇ ਵਿੱਚ ਕਿਸਾਨ ਨੇ, ਇਹਦੇ ਵਿੱਚ ਵਕੀਲ ਨੇ, ਇਹਦੇ ਚ ਸਾਰੇ ਸਟੂਡੈਂਟ ਨੇ, ਇਹਦੇ ਚ ਹਰ ਤਰ੍ਹਾਂ ਦਾ ਹਰ ਵਰਗ ਦਾ ਜਿਹੜਾ ਬੰਦਾ, ਕੁੜੀ, ਲੇਡੀਜ਼, ਬੱਚੇ ਸਾਰੇ ਸ਼ਾਮਲ ਨੇ ਜੀ। ਔਰ ਇਹਨਾਂ ਦੀਆਂ ਅੱਖਾਂ ਖੁੱਲ ਗਈਆਂ ਔਰ ਸੈਂਟਰ ਸਰਕਾਰ ਦੀਆਂ ਕਿ ਇਹ ਜਿਹੜੀ ਧੱਕੇਸ਼ਾਹੀ ਅਸੀਂ ਕਰ ਰਹੇ ਹਾਂ ਨਹੀਂ ਚੱਲੂਗੀ। ਠੀਕ ਹੈ ਜੀ, ਥੈਂਕ ਯੂ। ਤੇ ਇਹਦਾ ਮਸਲਾ ਜਿਹੜਾ ਬਹੁਤ ਜਲਦੀ ਹੱਲ ਹੋ ਜਾਊਗਾ ਜੀ। ਹਾਂਜੀ, ਥੈਂਕ ਯੂ ਜੀ। ਧੰਨਵਾਦ ਸਾਰਿਆਂ ਨੂੰ, ਮੁਬਾਰਕਾਂ। ਇੱਕੋ ਹੀ ਗੱਲ ਹੈ ਬਸ, ਇਸ ਚੀਜ਼ ਤੋਂ ਬਚ ਕੇ ਰਹਿਣ ਕਿ ਵੀ ਕੋਈ ਹੁੱਲੜਬਾਜ਼ੀ ਤੋਂ ਵਿੱਚ ਨਾ ਕਰ ਜਾਵੇ ਕੋਈ। ਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਤੁਹਾਡੀ ਕਾਲ ਲਈ। ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਬਹੁਤ ਵਧੀਆ ਚੀਜ਼ ਜਿਹੜੀ ਆ ਮੇਨ ਸਟੇਜ ਦੇ ਉੱਤੇ ਹਰ ਇੱਕ ਹੀ ਕਿਸਾਨ ਯੂਨੀਅਨ ਜਿਹੜੀ ਆ ਉਹ ਇਹੀ ਅਪੀਲ ਕਰੀ ਜਾ ਰਹੀ ਹੈ। ਈਵਨ ਯੰਗ ਬੱਚੇ ਜਿਹੜੇ ਆ ਉਹਨਾਂ ਨੂੰ ਵੀ, ਉਹਨਾਂ ਦਾ ਇੱਕ ਲੀਡਰ ਉੱਭਰ ਕੇ ਆ ਰਿਹਾ ਦੀਪ ਸਿੱਧੂ, ਉਹ ਵੀ ਸਾਰਿਆਂ ਨੂੰ ਉਹ ਅਪੀਲ ਕੀਤੀ ਜਾ ਰਹੀ ਹੈ ਬਾਰ-ਬਾਰ ਕਿ ਸ਼ਾਂਤਮਈ ਤਰੀਕੇ ਦੇ ਨਾਲ ਇਹ ਪ੍ਰੋਟੈਸਟ ਕਰਨਾ ਆ। ਔਰ ਸ਼ਾਂਤਮਈ ਤਰੀਕੇ ਨਾਲ ਇਹ ਜਿਹੜਾ ਪ੍ਰੋਟੈਸਟ ਹੋ ਰਿਹਾ ਉਹੋ ਹੀ ਇੱਕ ਬਹੁਤ ਵੱਡਾ ਜਿਹੜਾ ਆ ਚੈਲੰਜ ਬਣ ਰਿਹਾ। ਮਗਰ ਲੜਾਈ ਇੱਥੇ ਕੀ ਹੈ ਕਿ ਜਿਹੜਾ ਪੂਰਾ ਮੀਡੀਆ ਆ ਇੰਡੀਆ ਦਾ, ਉਹ ਇਹਦਾ ਨੈਰੇਟਿਵ ਜਿਹੜਾ ਆ ਪੂਰਾ ਉਹ ਚੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹਨੂੰ ਡਿਫਰੈਂਟ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ, ਸਟੇਟ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਰਿਲੀਜਨ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ, ਬਹੁਤ ਸਾਰੇ ਹੋਰ ਏਜੰਡੇ ਜਿਹੜੇ ਆ ਉਹਦੇ ਨਾਲ ਇਹਨੂੰ ਪਾਕਿਸਤਾਨ ਦੇ ਨਾਲ, ਖਾਲਿਸ ਦੇ ਨਾਲ ਜੋੜ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਦਾ ਨੈਰੇਟਿਵ ਜਿਹੜਾ ਪੂਰਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਮਗਰ ਸਲਾਮ ਹੈ, ਸਲੂਟ ਹੈ ਰੇਡੀਓ ਜ਼ਿੰਦਾਬਾਦ ਤੋਂ ਉਹਨਾਂ ਸਾਰੇ ਕਿਸਾਨ ਜਥੇਬੰਦੀਆਂ ਨੂੰ, ਉਹਨਾਂ ਕਿਸਾਨਾਂ ਨੂੰ ਜਿਹੜੇ ਉੱਥੇ ਗਏ ਨੇ ਜਿਨ੍ਹਾਂ ਨੇ ਹੁਣ ਤੱਕ ਸ਼ਾਂਤੀ ਬਣਾਈ ਹੈ। ਔਰ ਉਹਨਾਂ ਨੂੰ ਅਪੀਲ ਹੈ ਕਿ ਉਹ ਇਸੇ ਤਰ੍ਹਾਂ ਹੀ ਸ਼ਾਂਤੀ ਬਣਾਈ ਰੱਖਣ ਔਰ ਕੋਸ਼ਿਸ਼ ਕਰਨ ਕਿ ਜਿਹੜਾ ਮੀਡੀਆ ਉੱਥੇ ਚਲਾਕ ਮੀਡੀਆ ਬੈਠਾ ਆ ਉਹ ਤੁਹਾਡਾ ਨੈਰੇਟਿਵ ਜਿਹੜਾ ਉਹਨੂੰ ਨਾ ਚੇਂਜ ਕਰ ਦੇ ਔਰ ਉਹਨਾਂ ਨੂੰ ਇਸੇ ਤਰ੍ਹਾਂ ਇੱਕ ਮੁੱਠ ਹੋ ਕੇ ਆਪਣੀ ਤਾਕਤ ਦਾ ਜਿਹੜਾ ਆ ਉਹ ਬਲ ਜਿਹੜਾ ਵਿਖਾਉਂਦੇ ਰਹੋ ਤਾਂ ਕਿ ਸਾਡਾ ਨੈਰੇਟਿਵ ਜਿਹੜਾ ਇੱਕ ਹੀ ਰਹੇ। ਉਹ ਇਹ ਹੈ ਕਿ ਕਿਸਾਨਾਂ ਦੇ ਨਾਲ, ਇੰਡੀਆ ਦੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਔਰ ਉਹ ਧੱਕਾ ਜਿਹੜਾ ਆ ਉਹਦੇ ਅਗੇਂਸਟ ਇਹ ਲੜਾਈ ਹੈ, ਆਪਣੇ ਹੱਕ ਦੀ ਲੜਾਈ ਹੈ। ਔਰ ਇਹ ਹੱਕ ਦੀ ਲੜਾਈ ਜਿਹੜੀ ਹੈ ਉਨੀ ਦੇਰ ਜਾਰੀ ਰਹੇਗੀ ਚਾਹੇ ਦੁਨੀਆ ਦੇ ਕਿਤੇ ਵੀ ਕਿਸਾਨ, ਇੰਡੀਆ ਦਾ ਕਿਸਾਨ ਬੈਠਾ ਆ ਉਹ ਤੁਹਾਡੇ ਨਾਲ ਆ। ਰੇਡੀਓ ਜ਼ਿੰਦਾਬਾਦ ਤੁਹਾਡੇ ਨਾਲ ਆ, ਇਸ ਕਰਕੇ ਨਹੀਂ ਕਿ ਅਸੀਂ ਐਂਟੀ ਨੈਸ਼ਨਲ ਆ, ਮਗਰ ਇਸ ਕਰਕੇ ਕਿ ਇਹ ਨਜਾਇਜ਼ ਹੋ ਰਹੀ ਹੈ। ਉਹ ਨਜਾਇਜ਼ ਦੇ ਅਗੇਂਸਟ ਸਹੀ ਮੀਡੀਆ ਜਿਹੜਾ ਉਹਨੂੰ ਆਵਾਜ਼ ਚੁੱਕਣ ਦਾ ਹੱਕ ਹੈ ਔਰ ਉਸੇ ਹੱਕ ਦੇ ਨਾਲ ਰੇਡੀਓ ਜ਼ਿੰਦਾਬਾਦ ਤੁਹਾਡੇ ਨਾਲ ਜੁੜਿਆ। ਜਿਹੜੇ ਵੀ ਲੋਕ, ਸਾਰੀ ਦੁਨੀਆ ਜਿੰਨਾ ਇਹ ਪ੍ਰੋਗਰਾਮ ਵੇਖਿਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਵੇਖਦੇ ਰਹੋ ਰੇਡੀਓ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ ਜਗਤਾਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ। ਔਰ ਕਿਸਾਨ ਇਸ ਕੋ ਮੋਰਚੇ 'ਚ ਕਾਮਯਾਬ ਹੋਣ ਔਰ ਆਪਣੇ ਹੱਕ ਮਨਾ ਕੇ ਉਹ ਵਾਪਸ ਘਰਾਂ ਨੂੰ ਆਉਣ। ਇੱਥੇ ਹੀ ਉਮੀਦ ਕਰਦੇ ਤੁਹਾਡੇ ਤੋਂ ਵਿਦਾ ਕਰਦੇ ਆ। ਰੇਡੀਓ ਜ਼ਿੰਦਾਬਾਦ ਤੇ ਰੱਬ ਰਾਖਾ। The views expressed on the preceding program may not necessarily be those of the owner or